ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਸਿੰਘ ਗਿੱਲ ਸਟੂਡੀਓ ਤੋਂ ਤੇ ਮੇਰੇ ਨਾਲ ਜੁੜ ਗਏ ਨੇ ਪ੍ਰੋਫੈਸਰ ਜਗੀਰ ਸਿੰਘ ਕਾਲੋਂ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਕਾਲੋਂ ਸਾਹਿਬ ਜੀ ਆਇਆਂ ਨੂੰ ਜੀ, ਵੈਲਕਮ। ਬਹੁਤ ਮਿਹਰਬਾਨੀ ਜੀ। ਪੰਜਾਬੀ ਦੁਨੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਪ੍ਰੈਸ ਸਾਹਿਬ, ਆਪਾਂ ਕੁਝ ਇੱਕ ਗੱਲਾਂ ਕਰਾਂਗੇ। ਪੰਜਾਬ ਦੀਆਂ ਛੁੱਟੀਆਂ ਦਾ ਮਾਹੌਲ ਇੱਥੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਦੁਨੀਆ ਭਰ ਵਿੱਚ ਜਿਹੜਾ ਵੇਰੀਐਂਟ ਓਮੀਕਰੋਨ ਹੈ ਉਹਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਿੰਤਾ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਔਰ ਲਗਾਤਾਰ ਦੁਨੀਆ ਭਰ 'ਚੋਂ ਖਬਰਾਂ ਆ ਰਹੀਆਂ ਨੇ ਕਿ ਬਹੁਤ ਸਾਰੇ ਨਵੇਂ ਕੇਸ ਆ ਰਹੇ ਨੇ। 11,500 ਦੇ ਕਰੀਬ ਫਲਾਈਟ ਜਿਹੜੀਆਂ ਨੇ ਉਹ ਸੰਸਾਰ ਭਰ 'ਚ ਕੈਂਸਲ ਹੋ ਗਈਆਂ। ਬਹੁਤ ਜਗ੍ਹਾ ਲੋਕਡਾਊਨ ਵਰਗੀ ਸਥਿਤੀ ਬਣ ਗਈ ਆ। ਇੰਡੀਆ ਵਿੱਚ ਵੀ ਕਈ ਸ਼ਹਿਰਾਂ 'ਚ ਨਾਈਟ ਕਰਫਿਊ ਲਾ ਦਿੱਤਾ ਗਿਆ। ਫਰਾਂਸ ਵਿੱਚ ਖਾਸ ਕਰਕੇ ਜਿਹੜੇ ਨਾਈਟ ਕਲੱਬ ਨੇ, ਸਿਨੇਮਾ ਘਰ ਨੇ, ਰੈਸਟੋਰੈਂਟ ਨੇ, ਉਹਨਾਂ ਨੂੰ ਬੰਦ ਕੀਤਾ ਗਿਆ। ਤੇ ਇਹ ਕਵਾਇਦ ਹੌਲੀ ਹੌਲੀ ਦੁਨੀਆ ਭਰ 'ਚ ਮੈਨੂੰ ਲੱਗਦਾ ਹਰ ਜਗ੍ਹਾ ਦੁਬਾਰਾ ਅਸੀਂ ਲੋਕਡਾਊਨ ਵੱਲ ਵੱਧ ਰਹੇ ਹਾਂ। ਬੜੀ ਮੁਸ਼ਕਲ ਨਾਲ ਰਾਹਤ ਮਿਲੀ ਸੀ ਕਿ ਵੈਕਸੀਨ ਬਣ ਗਈ ਆ ਤੇ ਹੁਣ ਅਸੀਂ ਇਹ ਤੋਂ ਸੁਤੰਤਰ ਹੋ ਜਾਵਾਂਗੇ, ਪਰ ਲਗਾਤਾਰ ਜਿਹੜਾ ਇਹ ਦੁਬਾਰਾ ਇਹਦਾ ਪ੍ਰਕੋਪ ਵੱਧ ਰਿਹਾ ਇਹਨੇ ਫਿਰ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ। ਕੁਦਰਤ ਜਿਹੜੀ ਆ ਜੀ ਉਹਦੇ ਅੱਗੇ ਅਜੇ ਮਨੁੱਖ ਜਿਹੜਾ ਆ ਉਹ ਪੂਰੀ ਤਰ੍ਹਾਂ ਉਹਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੋਇਆ। ਤੇ ਤੁਹਾਡੀ ਗੱਲ ਠੀਕ ਆ। ਈਵਨ ਦਿੱਲੀ ਦੇ ਵਿੱਚ ਦੇਖੋ ਜੀ ਉਹਨਾਂ ਨੇ ਯੈਲੋ ਅਲਰਟ ਕਰ ਦਿੱਤੀ ਹੈਗੀ ਆ। ਕਾਫੀ ਜਿਹੜੇ ਇਕੱਠੇ ਹੋਣ ਤੇ ਲੋਕਾਂ ਦੇ ਪਾਬੰਦੀ ਲੱਗ ਗਈ ਹੈਗੀ ਆ ਔਰ ਬਾਕੀ ਦੇਸ਼ਾਂ ਦੇ ਵਿੱਚ ਵੀ। ਤੇ ਸਾਰੇ ਗਲੋਬ ਦੇ ਉੱਤੇ ਹੀ, ਸਾਰੇ ਦੁਨੀਆ ਦੇ ਉੱਤੇ ਹੀ ਇਹ ਜਿਹੜੀ ਕਰੋਪੀ ਹੈਗੀ ਆ ਓਮੀਕਰੋਨ ਦੀ, ਜਿਹੜਾ ਨਵਾਂ ਵੇਰੀਐਂਟ ਹੈਗਾ ਕੋਵਿਡ-19 ਦਾ, ਇਹਨੇ ਇੱਕ ਤਰੀਕੇ ਨਾਲ ਆਪਣੀ ਜਕੜ ਜਿਹੜੀ ਆ ਉਹ ਦੁਨੀਆ ਤੇ ਮਜ਼ਬੂਤ ਕਰ ਲਈ ਆ ਔਰ ਬੜਾ ਖਤਰਾ ਪੈਦਾ ਕਰ ਦਿੱਤਾ ਹੈਗਾ ਮਨੁੱਖੀ ਜਾਨਾਂ ਨੂੰ। ਤੇ ਨਾਲ ਦੀ ਨਾਲ ਜਿਹੜੀ ਲਾਈਫ ਹੈਗੀ ਆ ਉਹਦੇ ਉੱਤੇ ਬਹੁਤ ਸਿੱਧਾ ਇਹਦਾ ਅਸਰ ਹੈ। ਜਿਵੇਂ ਤੁਸੀਂ ਦੱਸਿਆ ਵੀ 11,000 ਤੋਂ ਉੱਪਰ ਜਿਹੜੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਤੇ ਇੱਕ ਤਰੀਕੇ ਨਾਲ ਜਿਹੜਾ ਦੁਨੀਆ ਦਾ ਕਾਰੋਬਾਰ ਆ ਉਹ ਹਿੱਲ ਗਿਆ ਔਰ ਜਿਹੜਾ ਬੜੀ ਚਿੰਤਾ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਇਹ ਇਕੱਲੇ ਇੱਕ ਦੁਨੀਆ ਦੇ ਹਿੱਸੇ ਦੀ ਗੱਲ ਨਹੀਂ ਆਪਾਂ ਕਰ ਸਕਦੇ, ਇਹ ਸਾਰੀ ਦੁਨੀਆ ਦੇ ਵਿੱਚ ਹੀ ਬੜੀ ਚਿੰਤਾ ਵਾਲੀ ਗੱਲ ਆ ਜੀ। ਬਿਲਕੁਲ ਦਸਾਂਝ ਸਾਹਿਬ, ਆਪਣੇ ਕਾਲੋਂ ਸਾਹਿਬ, ਇੱਕ ਪਾਸੇ ਜਿਹੜੀ ਆ ਇਹ ਚੀਜ਼ ਜਿਹੜੀ ਆ ਬੜੀ ਤੇਜ਼ੀ ਨਾਲ ਇਹ ਗੱਲ ਹੁਣ ਲੋਕ ਇਹ ਕਹਿ ਰਹੇ ਆ ਕਿ ਜਿਹੜਾ ਇਹ ਵੈਕਸੀਨ ਵਾਲਾ ਖੇਡ ਹੈ। ਰਾਤੀ ਵੀ ਮੇਰੇ ਕੋਲ ਉਹ ਪ੍ਰੇਮ ਹਰੀ ਆਏ ਸੀ, ਵਕੀਲ ਸਾਹਿਬ, ਜਿਨ੍ਹਾਂ ਨੇ ਇੱਕ ਦਿਨ ਅੱਗੇ ਵੀ ਪ੍ਰੋਗਰਾਮ ਕੀਤਾ ਸੀ। ਉਹਨਾਂ ਦੇ ਨਾਲ ਕਰਮਲਜੀਤ ਸਿੰਘ ਹਰੀ ਵੈਨਕੂਵਰ ਤੋਂ ਆਏ ਸੀ। ਮੈਂ ਵੈਸੇ YouTube ਤੇ ਉਹ ਪ੍ਰੋਗਰਾਮ ਪਾਇਆ, ਇਹਦੇ ਬਾਰੇ ਬੁੱਕਸ ਵੀ ਆ ਗਈਆਂ। ਉਹ ਰਾਤੀ ਮੈਨੂੰ ਦੱਸ ਰਹੇ ਸੀ ਕਿ 12 ਡੋਜ਼ ਡਿਫਰੈਂਟ ਵੇਰੀਐਂਟ ਅਜੇ ਆਉਣ ਦੀ ਸੰਭਾਵਨਾ ਹੈ। ਤੇ ਕੁਝ ਦਿਨ ਪਹਿਲਾਂ ਬਿਲ ਗੇਟਸ ਨੇ ਵੀ ਇੱਕ ਸੰਕੇਤ ਦਿੱਤਾ ਸੀ ਕਿ ਦੁਨੀਆ ਇੱਕ ਹੋਰ ਵੱਡੀ ਮਹਾਮਾਰੀ ਵੱਲ ਵੱਧ ਰਹੀ ਆ। ਤੇ ਸ਼ਾਇਦ ਤੁਸੀਂ ਵੇਖਿਆ ਹੋਵੇ, ਸੁਸ਼ੀਲ ਰਾਣਾ ਨੇ ਪਿਛਲੇ ਦਿਨੀ ਇੱਕ ਬਿਲ ਗੇਟਸ ਦੇ ਉੱਤੇ ਕਵਿਤਾ ਵੀ ਪੜ੍ਹੀ ਸੀਗੀ, ਮੈਂ ਅੱਜ ਪਾਇਆ ਉਹਨੂੰ ਸਾਰਾ। ਤੇ ਉਹ ਕਹਿੰਦੇ ਆ ਕਿ ਬਿਲ ਗੇਟਸ ਨੂੰ ਪਹਿਲਾਂ ਪਤਾ ਹੁੰਦਾ ਆ ਕਿ ਦੁਨੀਆ 'ਚ ਕੀ ਹੋਣ ਵਾਲਾ ਹੈ। ਸੋ ਜਿਹੜਾ ਇਹ ਕਾਰਪੋਰੇਟ ਦਾ ਜਾਲ ਹੈ, ਇਹਦੇ ਵੀ ਕਿਤੇ ਨਾ ਕਿਤੇ ਨਾਲ ਨਾਲ ਜਿਹੜੀ ਗੱਲ ਹੈ ਉਹ ਚੱਲ ਰਹੀ ਆ। ਚਾਹੇ ਸੁਸਾਇਟੀ ਦਾ ਬਹੁਤ ਛੋਟਾ ਹਿੱਸਾ ਇਸ ਗੱਲ ਨੂੰ ਅਜੇ ਮੰਨਣ ਨੂੰ ਤਿਆਰ ਹੈ, ਕਿਉਂਕਿ ਸਭ ਤੋਂ ਵੱਡਾ ਡਰ ਮੌਤ ਦਾ ਡਰ ਹੁੰਦਾ ਤੇ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਵੈਕਸੀਨ ਲਾ ਕੇ ਆਪਣੇ ਆਪ ਨੂੰ ਸੇਫ ਕਰ ਲਈਏ। ਔਰ ਜਿਸ ਤਰ੍ਹਾਂ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਕੁਝ ਲੋਕਾਂ ਕੋਲੋਂ, ਕਈ ਵਾਰ ਉਹ 'ਚ ਕੰਟਰਾਵਰਸ਼ੀਅਲ ਗੱਲਾਂ ਹੁੰਦੀਆਂ ਨੇ, ਕੋਈ ਥਿਊਰੀ ਇੱਦਾਂ ਦੀ ਹੁੰਦੀ ਆ ਕਿ ਹਰ ਚੀਜ਼ ਦੇ ਵਿੱਚ ਲੋਕ ਦੋ ਰਾਵਾਂ ਰੱਖਦੇ ਨੇ। ਮੇਰੇ ਦੋਸਤ ਨੇ, ਮੇਰੇ ਨਾਲ ਇੰਜੀਨੀਅਰ ਨੇ, ਉਹਨਾਂ ਨੇ ਕੋਈ ਫੰਕਸ਼ਨ ਰੱਖਿਆ ਤੇ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਵੈਕਸੀਨ ਅਸੀਂ ਬੁੱਕ ਕਰਾਤੀ ਹੈ ਤੀਜੀ, ਖਬਰਾਂ ਹੋਰ ਤਰ੍ਹਾਂ ਦੀਆਂ ਸੁਣਦੇ, ਲਵਾ ਲਈਏ ਕਿ ਨਾ। ਮਤਲਬ ਕਿਤੇ ਨਾ ਕਿਤੇ ਸਮਾਜ 'ਚ ਇਹ ਗੱਲ ਜਿਹੜੀ ਆ ਇਹ ਨਾਲ ਆ ਰਹੀ ਆ ਕਿ ਲਗਾਤਾਰ ਪਹਿਲਾਂ ਕਿਹਾ ਸੀ 2 ਨਾਲ ਠੀਕ ਹੋ ਜਾਵਾਂਗੇ, ਫਿਰ ਤੀਜੀ ਬੂਸਟਰ ਡੋਜ਼ ਦੀ ਗੱਲ ਚੱਲੀ ਤੇ ਹੁਣ ਤੇ ਕਿਹਾ ਜਾ ਰਿਹਾ ਕਿ ਲਗਾਤਾਰ ਸ਼ਾਇਦ 12 ਦਾ ਤੇ ਪਲਾਨ ਹੋਇਆ ਪਿਆ। ਉਹ ਲੋਕ ਤਾਂ ਕਹਿੰਦੇ ਨੇ ਕਿ ਪੈਂਡੈਮਿਕ ਨਹੀਂ, ਇਹ ਪਲਾਨਡੈਮਿਕ ਆ। ਤੇ ਪਤਾ ਨਹੀਂ ਹੁਣ ਇਹਦੇ ਵਿੱਚ ਕੀ ਆ, ਕਿਉਂ ਇੱਦਾਂ ਹੋ ਰਿਹਾ। ਕਾਰਨ ਤੇ ਉਹਦੇ ਸਪਸ਼ਟ ਨੇ ਕਿ ਨੁਕਸਾਨ ਬਹੁਤ ਵੱਡੇ ਹੋਏ, ਇਕਨੋਮੀ ਨੂੰ ਨੁਕਸਾਨ ਹੋਇਆ। ਸਮਾਲ ਸਕੇਲ ਦਾ ਜਿਹੜੀ ਇੰਡਸਟਰੀ ਆ, ਯੂਨਿਟ ਆ, ਸਮਾਲ ਬਿਜ਼ਨਸਮੈਨ ਹੈ, ਉਹਦਾ ਬੜਾ ਵੱਡਾ ਨੁਕਸਾਨ ਹੋਇਆ। ਹਾਲਾਂਕਿ ਜਿਹੜੇ ਵੱਡੇ ਦਿਓਕਦ ਬਿਜ਼ਨਸਮੈਨ ਨੇ, ਐਮਾਜ਼ੋਨ ਹੈ,
ਜਾਂ ਆਪਾਂ ਵਾਲਮਾਰਟ ਦੀ ਗੱਲ ਕਰਦੇ ਆ, ਉਹਨਾਂ ਨੂੰ ਕੋਈ ਬਹੁਤਾ ਵੱਡਾ ਲਾਸ ਨਹੀਂ ਹੋਇਆ, ਕਿਉਂਕਿ ਉਹਨਾਂ ਵਿੱਚ ਦੇਖੋ ਅੱਜ ਵੀ ਇਦਾਂ, ਰਾਤੀ ਉਹ ਗੱਲ ਕਰ ਰਹੇ ਸੀ, ਮੈਨੂੰ ਇਹ ਗੱਲ ਉਹਨਾਂ ਦੀ ਠੀਕ ਲੱਗੀ ਕਿ ਤੁਸੀਂ ਕਿਸੇ ਰੈਸਟੋਰੈਂਟ 'ਚ ਜਾਂਦੇ ਹੋ, ਕਿਸੇ ਨਿੱਕੀ ਜਗ੍ਹਾ ਤੇ ਜਾਂਦੇ ਹੋ, ਤੇ ਤੁਹਾਨੂੰ ਬਾਹਰ ਰੋਕ ਕੇ ਸਿਕਿਉਰਿਟੀ ਵਾਲਾ ਪੁੱਛਦਾ ਹੈ ਕਿ ਤੁਸੀਂ ਆਪਣੇ ਪ੍ਰੂਫ ਦਿਖਾਓ ਜੀ, ਵੈਕਸੀਨ ਤੁਹਾਨੂੰ ਹੋਈ ਕਿ ਨਹੀਂ, ਫੁੱਲੀ ਵੈਕਸੀਨੇਟਡ ਹੋ ਕਿ ਨਹੀਂ। ਤੇ ਵਾਲਮਾਰਟ 'ਚੋਂ ਕੋਈ ਚੀਜ਼ ਖਰੀਦਣ ਜਾਂਦੇ ਹੋ, ਕੋਸਕੋ ਤੋਂ ਜਾਂਦੇ ਹੋ, ਤੇ ਇੱਥੇ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਆ। ਕਹਿਣ ਨੂੰ ਕਹਿ ਦਿੰਦੇ ਕਿ ਉਹ ਬੜੇ ਵੱਡੇ ਵੇਅਰ ਹਾਊਸ ਨੇ, ਇਸ ਕਰਕੇ ਉੱਥੇ ਲੋੜ ਨਹੀਂ ਆ, ਪਰ ਫਿਰ ਵੀ ਕਾਫੀ ਜਨਤਾ ਹੁੰਦੀ ਅੰਦਰ। ਇਹ ਲਾ ਸਭ ਲਈ ਬਰਾਬਰ ਹੋਣਾ ਚਾਹੀਦਾ ਕਿਤੇ ਨਾ ਕਿਤੇ। ਗਿੱਲ ਸਾਹਿਬ, ਤੁਹਾਨੂੰ ਪਤਾ ਵੀ ਇਹ ਜਿਹੜਾ COVID-19 ਆ, ਇਹਦੇ ਓਰੀਜਨ ਬਾਰੇ ਵੀ ਤੇ ਦੋ ਥਿਊਰੀਆਂ ਆ ਨਾ। ਹਾਂਜੀ। ਇਹ ਮਤਲਬ ਜਦੋਂ ਤੋਂ ਇਹ ਸ਼ੁਰੂ ਹੋਇਆ ਉਦੋਂ ਤੋਂ ਹੀ ਇਹ ਵਿਚਾਰ ਚੱਲ ਰਿਹਾ ਬਈ ਕੀ ਇਹ ਮੈਨ ਮੇਡ ਹੈ ਜਾਂ ਕੁਦਰਤ ਦਾ ਹੈ, ਭਈ ਇਹ ਕੀ ਕੁਦਰਤ ਦੀ ਕਰੋਪੀ ਆ ਜਾਂ ਮੈਨ ਮੇਡ ਆ। ਮੇਰਾ ਖਿਆਲ ਅਜੇ ਇਹਦੇ ਤੇ ਕੋਈ ਫੈਸਲਾ ਨਹੀਂ ਹੋ ਸਕਿਆ ਭਈ ਕੀ ਇਹ ਮਨੁੱਖ ਨੇ ਪੈਦਾ ਕੀਤਾ ਜਾਂ ਇਹ ਕੋਈ ਕੁਦਰਤ ਦੀ ਕਰੋਪੀ ਆ। ਤੇ ਦੂਜੀ ਗੱਲ ਜਿਹੜੀ ਹੈਗੀ ਆ, ਜਗਤ ਵਾਲੀ ਗੱਲ ਕੀਤੀ, ਜਾਂ ਤੁਸੀਂ ਵੱਡੇ ਅਦਾਰਿਆਂ ਦਾ ਤੇ ਛੋਟੇ ਅਦਾਰਿਆਂ ਦਾ ਵਿਤਕਰੇ ਵਾਲਾ ਜਿਹੜਾ ਹਿਸਾਬ ਕਿਤਾਬ ਆ ਉਹ ਦੱਸਿਆ ਆ, ਇਹ ਤਾਂ ਠੀਕ ਹੈ ਜੀ। ਜਿਹੜਾ ਕਾਰਪੋਰੇਟ ਜਗਤ ਆ ਨਾ, ਉਹ ਜਿੱਦਾਂ ਤੁਸੀਂ ਕਿਹਾ ਵੀ ਬਿਲ ਗੇਟ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਕੀ ਹੋਣਾ ਆ, ਤੇ ਇਹਦਾ ਇਸ਼ਾਰਾ ਤਾਂ ਇਸ ਗੱਲ ਵੱਲ ਹੀ ਜਾਂਦਾ ਨਾ, ਸੰਕੇਤ ਤਾਂ ਇਸ ਗੱਲ ਵੱਲ ਹੀ ਆ ਨਾ ਭਈ ਉਹੋ ਹੀ ਕਰਾਉਣ ਵਾਲੇ ਆ। ਮਤਲਬ ਬਿਲ ਗੇਟ ਜਿਨ੍ਹਾਂ ਦੀ ਅਗਵਾਈ ਕਰਦਾ, ਉਹ ਕਾਰਪੋਰੇਟ ਜਗਤ ਜਿਹੜਾ ਹੈਗਾ, ਉਹ ਜਿਵੇਂ ਤੁਹਾਨੂੰ ਪਤਾ ਵੀ ਉਹਨੇ ਹੁਣ ਮਤਲਬ ਅਮਰੀਕਾ ਦੀ ਕਿੰਨੀ ਜ਼ਮੀਨ ਜਿਹੜੀ ਹੈਗੀ ਆ ਉਹ ਖਰੀਦ ਚੁੱਕਾ। ਉਹਨੂੰ ਇਹ ਪਤਾ ਆ ਕਿ ਜਿਹੜਾ ਸੰਕਟ ਆ ਖੇਤੀ ਦਾ, ਉਹਦੇ ਵਿੱਚ ਉਹ ਫਾਇਦਾ ਉਠਾ ਸਕਦਾ ਆ ਇਸ ਮੌਕੇ ਦੇ ਉੱਤੇ। ਇਸੇ ਤਰ੍ਹਾਂ ਜਿਹੜੀ ਗੱਲ ਚੱਲਦੀ ਆ, ਇਹ ਵੀ ਦੋ ਵਿਚਾਰ ਚੱਲਦੇ ਆ ਨਾ ਕਿ ਜਿਹੜੀ ਵੈਕਸੀਨ ਹੈਗੀ ਆ, ਇਹ ਵੈਕਸੀਨ ਵੀ ਕੀ ਲੋਕਾਂ ਨੂੰ ਰਿਲੀਫ ਦੇਣ ਵਾਸਤੇ ਆ, ਉਹਨਾਂ ਨੂੰ ਬਿਮਾਰੀ ਤੋਂ ਮੁਕਤ ਕਰਨ ਵਾਸਤੇ ਆ, ਉਹਨਾਂ ਦੇ ਪਰਹੇਜ਼ ਕਰਨ ਵਾਸਤੇ ਆ, ਕਿ ਜਾਂ ਇਹ ਮੁਨਾਫੇ ਵਾਸਤੇ ਆ। ਇਹ ਗੱਲ ਜਿਹੜੀ ਹੈ ਚੱਲਦੀ ਆ, ਔਰ ਜਿਹੜੇ ਇਹਨਾਂ ਖੇਤਰਾਂ ਦੇ ਮਾਹਰ ਨੇ ਉਹ ਇਹ ਕੱਢਦੇ ਆ। ਤੇ ਇਹ ਤੁਹਾਨੂੰ ਪਤਾ ਆ ਵੀ ਜਿਹੜਾ ਕਾਰਪੋਰੇਟ ਜਗਤ ਆ, ਉਹਦਾ ਕੰਮ ਤਾਂ ਹੈਗਾ ਮੁਨਾਫਾ ਕਮਾਉਣਾ। ਲੋਕੀ ਮਰਨ ਜੀਣ, ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਹੋਵੇ ਨਾ ਹੋਵੇ, ਉਹਨਾਂ ਨੇ ਇਹ ਵੇਖਣਾ ਵੀ ਸਾਨੂੰ ਮੁਨਾਫਾ ਕਿੱਥੋਂ ਆਉਂਦਾ। ਔਰ ਇਹਦੇ ਵਿੱਚ ਜਿਹੜੇ ਫਾਰਮਾਸਿਊਟੀਕਲ ਇੰਡਸਟਰੀ ਦੇ ਮਾਹਰ ਨੇ ਉਹ ਦੱਸਦੇ ਆ ਵੀ ਕਿ ਕਿਵੇਂ ਜਿਹੜੀ ਇਹ ਵੈਕਸੀਨ ਹੈਗੀ ਆ, ਇਹ ਮੁਨਾਫੇ ਵਾਸਤੇ ਵਰਤੀ ਜਾ ਰਹੀ ਆ। ਤੇ ਨਾਲ ਦੀ ਨਾਲ ਹੁਣ ਇਹ ਠੀਕ ਆ ਬਈ ਇਹਦੇ 'ਚ, ਕਿਉਂਕਿ ਨਾ ਤੁਸੀਂ ਐਕਸਪਰਟ ਨਾ ਮੈਂ ਕੁਝ ਕਹਿ ਨਹੀਂ ਸਕਦੇ ਬਈ ਕਿੰਨੇ ਵੇਰੀਐਂਟ ਹੋਰ ਆਉਣੇ ਨੇ, ਪਰੰਤੂ ਜਦੋਂ ਇਹ ਕਿਹਾ ਜਾਂਦਾ ਬਈ 8 10 12 ਵੇਰੀਐਂਟ ਹੋਰ ਆਉਣੇ ਨੇ, ਜਾਂ ਹੁਣ ਇਹ ਵੀ ਕਿਹਾ ਜਾਣ ਲੱਗ ਪਿਆ ਬਈ ਇਹ ਕੋਈ ਬਿਮਾਰੀ, ਇਹ ਕੋਈ ਮਹਾਮਾਰੀ ਨਹੀਂ ਹੈ ਕਿ ਜਿਹੜੀ 2 ਮਹੀਨੇ 4 ਮਹੀਨੇ 5 ਮਹੀਨੇ 6 ਮਹੀਨੇ ਸਾਲ ਰਹਿ ਕੇ ਚਲੀ ਜਾਊਗੀ। ਇਹ ਹੁਣ ਪੱਕੀ ਇੱਥੇ ਰਹਿਣੀ ਆ, ਤੇ ਮਨੁੱਖ ਨੂੰ, ਬੰਦਿਆਂ ਨੂੰ ਇਹਦਾ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਇਹ ਸਿੱਖਣ ਹਾਊ ਟੂ ਲਿਵ ਵਿਦ ਇਟ, ਕਿ ਇਹਦੇ ਵਿੱਚ ਕਿੱਦਾਂ ਰਹਿਣਾ ਹੈਗਾ, ਬਿਮਾਰੀ ਦੇ ਚੱਲਦੇ ਹੋਏ ਕਿੱਦਾਂ ਰਹਿਣਾ ਹੈ। ਜਿਹੜੀ ਤੁਸੀਂ ਗੱਲ ਕੀਤੀ ਆ ਗਿੱਲ ਸਾਹਿਬ ਕਿ ਛੋਟੇ ਵਪਾਰ ਜਿਹੜੇ ਹੈਗੇ ਆ, ਜਿਹੜੇ ਛੋਟੇ ਬਿਜ਼ਨਸ ਆ, ਉਹਨਾਂ ਤੇ ਬੜਾ ਮਾੜਾ ਅਸਰ ਪਿਆ, ਕੋਈ ਸ਼ੱਕ ਨਹੀਂ ਅਸਰ ਪਿਆ ਹੈਗਾ। ਤੇ ਸਭ ਤੋਂ ਮਾੜੀ ਗੱਲ ਜਿਹੜੀ ਆ ਗਿੱਲ ਸਾਹਿਬ, ਉਹ ਹੈਗੀ ਆ ਹਿਊਮਨ ਰਿਸੋਰਸਿਸ ਦੀ, ਹਿਊਮਨ ਲਾਈਫ ਦੀ, ਕਿ ਮਨੁੱਖ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਨੂੰ ਐਡਾ ਵੱਡਾ ਖਤਰਾ ਜਿਹੜਾ ਹੈਗਾ ਉਹ ਪੈਦਾ ਹੋ ਗਿਆ। ਔਰ ਬਦਕਿਸਮਤੀ ਦੀ ਗੱਲ ਇਹ ਆ ਕਿ ਦੁਨੀਆ ਦੇ ਵਿੱਚ ਅਜੇ ਤੱਕ ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਵੈਕਸੀਨ ਬਣਾਈ ਆ, ਜਿਨ੍ਹਾਂ ਨੇ ਮੋਡਰਨਾ ਬਣਾਈ ਆ, ਜਾਂ ਫਾਈਜ਼ਰ ਵਾਲਿਆਂ ਨੇ ਬਣਾਈ ਹੈਗੀ ਆ, ਜਾਂ ਹੋਰ ਕੰਪਨੀਆਂ ਨੇ ਬਣਾਈਆਂ ਆ, ਇਹ ਸਾਰੀਆਂ ਦੀਆਂ ਸਾਰੀਆਂ ਇੱਕ ਤਾਂ ਇਹਨਾਂ 'ਚ ਵੇਰੀਏਸ਼ਨ ਹੈਗੀ ਆ, ਇਹਨਾਂ ਦੀ ਇਹ ਜਿਹੜੀ ਦਵਾਈ ਵੇਚਦੇ ਆ ਨਾ, ਇਹਦੇ ਵਿੱਚ ਵੇਰੀਏਸ਼ਨ ਆ। ਦੂਜੀ ਗੱਲ ਇਹ ਹੈਗੀ ਆ ਭਈ ਇਹਦੇ ਤੇ ਲਾਗਤ ਜਿਹੜੀ ਆ, ਉਹਦੇ ਤੇ ਮੁਨਾਫਾ ਜਿਹੜਾ ਉਹ ਬਹੁਤ ਜ਼ਿਆਦਾ
ਵੱਡੇ ਪੱਧਰ ਦੇ ਉੱਤੇ ਲਿਆ ਜਾ ਰਿਹਾ ਹੈਗਾ। ਵੇਖੋ, ਕੋਈ ਵੀ ਜਿਹੜੀ ਵਪਾਰਕ ਪੱਧਰ ਤੇ ਚੀਜ਼ ਤਿਆਰ ਕੀਤੀ ਜਾਂਦੀ ਹੈ, ਗਿੱਲ ਸਾਹਿਬ, ਉਹਨੇ ਕੰਪਨੀ ਨੇ, ਬਣਾਉਣ ਵਾਲੇ ਨੇ ਮੁਨਾਫਾ ਲੈਣਾ ਹੀ ਆ। ਪਰ ਜਿਹੜੀ ਆਈਡੀਅਲ ਗੱਲ ਹੈਗੀ ਆ, ਜਿਹਦੇ ਬਾਰੇ ਬਾਬੇ ਨਾਨਕ ਨੇ ਕਿਹਾ ਹੈਗਾ ਕਿ ਸੱਚ ਵਪਾਰ ਕਰੋ ਵਪਾਰੀ, ਇੱਕ ਤਾਂ ਇਹਦਾ ਜਿਹੜਾ ਬਦਲ ਹੈਗਾ ਉਹ ਹੋਰ ਕਿਤੇ ਹੈ ਨਹੀਂਗਾ, ਕਿਉਂਕਿ ਕਾਰਪੋਰੇਟ ਜਗਤ ਦੀ ਨੀਤੀ ਹੁੰਦੀ ਆ ਕਿ ਉਹ ਕੰਸੋਲੀਡੇਸ਼ਨ ਕਰ ਲੈਂਦਾ ਹੈ, ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਲੈ ਲੈਂਦਾ ਹੈ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਬਾਬੇ ਨਾਨਕ ਦੀ ਥਿਊਰੀ ਆ ਕਿ ਸੱਚ ਵਪਾਰ ਕਰੋ ਵਪਾਰੀ, ਬਾਬੇ ਨੇ ਕਿਹਾ ਵੀ ਜਿਹਨੇ ਵਪਾਰ ਕਰਨਾ ਨਾ, ਉਹਨੂੰ ਮੁਨਾਫਾ ਤਾਂ ਹੋਣਾ ਹੀ ਚਾਹੀਦਾ ਹੈ, ਪਰ ਮੁਨਾਫਾ ਜਿਹੜਾ ਉਹ ਇੰਨਾ ਕੁ ਹੋਣਾ ਚਾਹੀਦਾ ਆ ਕਿ ਜਿਹੜਾ ਕੰਜ਼ਿਊਮਰ ਆ ਉਹਦਾ ਵੀ ਜ਼ਿਆਦਾ ਨੁਕਸਾਨ ਨਾ ਹੋਵੇ ਤੇ ਜਿਹੜਾ ਵਪਾਰੀ ਆ ਉਹਨੂੰ ਵੀ ਫਾਇਦਾ ਹੋਵੇ। ਪਰ ਉਹ ਤੇ ਗਿੱਲ ਸਾਹਿਬ ਸਾਡੇ ਬਹੁਤ ਪਿਆਰੇ ਸ਼ਾਇਰ, ਜਿਨ੍ਹਾਂ ਨੇ ਲਲਕਾਰ ਕਿਤਾਬ ਲਿਖੀ ਸੀਗੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਬਈ 13 ਵਾਲੀਆਂ ਗੱਲਾਂ ਤੇਰੇ ਨਾਲ ਹੀ ਚਲੀਆਂ ਗਈਆਂ। ਉਹ ਗੱਲਾਂ ਤਾਂ ਹੁਣ ਪੁਰਾਣੀਆਂ ਹੋ ਗਈਆਂ, ਵੈਸੇ ਪੁਰਾਣੀਆਂ ਤਾਂ ਨਹੀਂ ਹੋਈਆਂ, ਉਹਨਾਂ ਦੇ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ। ਤੇ ਇਹ ਦੋ ਗੱਲਾਂ ਜਿਹੜੀਆਂ ਹੈਗੀਆਂ, ਜਿਹੜੀ ਕੰਸੋਲੀਡੇਸ਼ਨ ਹੈਗੀ ਆ ਕਾਰਪੋਰੇਟ ਜਗਤ ਦੇ ਹੱਥ ਦੇ ਵਿੱਚ, ਤੇ ਉਹਦਾ ਕੋਈ ਬਦਲ ਉਹਨਾਂ ਨੇ ਤਾਂ ਨਹੀਂ ਪੈਦਾ ਹੋਣ ਦੇਣਾ। ਪਰ ਜਦੋਂ ਦੀ ਦੁਨੀਆ ਇੱਕ ਧਰੂਵੀ ਹੋ ਗਈ ਆ, ਉਦੋਂ ਦਾ ਸਾਰਾ ਕੁਝ ਜਿਹੜਾ ਹੈਗਾ ਉਹ ਕਾਰਪੋਰੇਟ ਜਗਤ ਦੇ ਹੱਥ ਵਿੱਚ ਚਲਾ ਗਿਆ। ਸਮਾਜਵਾਦ ਦੇ ਕੋਈ ਨਾ ਕੋਈ ਮਾੜੇ ਅਸਰ ਹੋਣਗੇ, ਜਿਹਦੇ ਕਰਕੇ ਸਮਾਜਵਾਦੀ ਮੁਲਕ ਟੁੱਟੇ ਜਾਂ ਸਮਾਜਵਾਦ ਜਿਹੜਾ ਹੈਗਾ ਉਹਨੂੰ ਬਦਨਾਮ ਕੀਤਾ ਗਿਆ। ਪਰੰਤੂ ਗਿੱਲ ਸਾਹਿਬ, ਇੱਕ ਗੱਲ ਤਾਂ ਦਰੁਸਤ ਆ ਨਾ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਸੋਸ਼ਲਿਜ਼ਮ ਸੀਗਾ, ਜੇ ਉਹਨਾਂ ਦੇ ਲੋਕਾਂ ਦੇ ਕੋਈ ਤੁਹਾਨੂੰ ਮਿਲਣ, ਜਿੱਦਾਂ ਰਸ਼ੀਆ ਟੁੱਟਣ ਤੋਂ ਪਹਿਲਾਂ ਦੇ ਕੋਈ ਲੋਕ ਮਿਲਣ, ਜਾਂ ਦੂਜੇ ਜਿਹੜੇ ਸੋਸ਼ਲਿਸਟ ਕੰਟਰੀ ਸੀਗੇ, ਉਹ ਗਿੱਲ ਸਾਹਿਬ ਅੱਜ ਕੱਲ੍ਹ ਬੜੇ ਪਛਤਾਉਂਦੇ ਆ, ਰੋਂਦੇ ਆ ਬਈ ਉਹ ਵੇਲਾ ਅਸੀਂ ਹੱਥੋਂ ਗਵਾ ਲਿਆ। ਹੁਣ ਜੇ ਦੋ ਧਰੂਵੀ ਦੁਨੀਆ ਹੋਵੇ ਤੇ ਇਸ ਤਰੀਕੇ ਨਾਲ ਕਾਰਪੋਰੇਟ ਜਗਤ ਦੀ ਜਾਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੀ ਇੰਨੀ ਡੋਮੀਨੇਸ਼ਨ ਨਾ ਹੋਵੇ, ਤੇ ਸ਼ਾਇਦ ਜੇ ਉਹ ਵਰਲਡ ਜਿੰਦਾ ਹੁੰਦਾ, ਭਾਵੇਂ ਕਿ ਮੇਰੀ ਇਹ ਵਿਸ਼ਫੁਲ ਥਿੰਕਿੰਗ ਹੀ ਆ, ਪਰ ਫਿਰ ਵੀ ਇਹਦੇ ਤੇ ਵਿਚਾਰ ਕਰਨਾ ਬਣਦਾ ਆ ਕਿ ਦੋ ਧਿਰਾਂ ਹੋਣ, ਇੱਕ ਧਿਰ ਜਿਹੜੀ ਆ ਉਹ ਜ਼ਿਆਦਾ ਮੁਨਾਫਾਖੋਰੀ ਕਰਨ ਵਾਲੀ ਹੋਵੇ ਤੇ ਇੱਕ ਲੋਕ ਪੱਖੀ ਹੋਵੇ, ਤਾਂ ਉਹਦੇ ਨਾਲ ਫਰਕ ਪੈਂਦਾ। ਪਰ ਸਾਡੀ ਹੁਣ ਬਦਕਿਸਮਤੀ ਆ, ਜਿਸ ਸਿਸਟਮ ਨੇ ਡੋਮੀਨੇਟ ਕਰ ਲਿਆ ਵਰਲਡ ਨੂੰ, ਉਹਦੇ ਵਿੱਚ ਅਸੀਂ ਰਹਿ ਰਹੇ ਹਾਂ। ਸੋ ਗਿੱਲ ਸਾਹਿਬ, ਇਹ ਬਹੁਤ ਚਿੰਤਾ ਵਾਲੀ ਗੱਲ ਆ ਤੇ ਕਿ ਇਹ ਜਿਹੜਾ ਕਰੋਨਾ ਆ, ਵੀ ਇਹ ਮੈਨ ਮੇਡ ਆ ਜਾਂ ਨੈਚੁਰਲ ਆ, ਇੱਕ ਗੱਲ ਤਾਂ ਇਹ ਅਜੇ ਤੱਕ ਹੱਲ ਨਹੀਂ ਹੋਈ। ਦੂਜੀ ਗੱਲ ਕਿ ਕੰਪਨੀਆਂ ਇੱਕ ਤਾਂ ਇੰਨਾ ਮੁਨਾਫਾ ਕਮਾ ਰਹੀਆਂ ਨੇ, ਕੰਪਨੀਆਂ ਦਾ ਮਕਸਦ ਜਿਹੜਾ ਆ ਉਹ ਮੈਨੂੰ ਲੱਗਦਾ ਵੀ ਮੁਨਾਫਾ ਕਮਾਉਣਾ ਜ਼ਿਆਦਾ ਆ, ਤੇ ਮਨੁੱਖੀ ਜਾਨਾਂ ਦੀ ਫਿਕਰ ਜਿਹੜੀ ਕਰਨੀ ਆ ਉਹ ਘੱਟ ਆ। ਹੁਣ ਵਰਲਡ ਦੇ ਵਿੱਚ ਵੀ ਡਿਸਪੈਰਿਟੀ ਹੋਣ ਕਰਕੇ ਤੁਹਾਨੂੰ ਪਤਾ ਹੈ ਭਈ ਅਫਰੀਕਨ ਮੁਲਕਾਂ ਨੂੰ ਵੈਕਸੀਨ ਭੇਜੀ ਕਿਸੇ ਖਾਂਦੇ ਪੀਂਦੇ ਮੁਲਕ ਨੇ, ਉਹ ਗਿੱਲ ਸਾਹਿਬ ਪਤਾ ਕਿਹੜੀ ਭੇਜ ਦਿੱਤੀ? ਐਕਸਪਾਇਰਡ, ਜਿਹੜੀ ਮਤਲਬ ਵਰਤੋਂ ਦੀ ਤਰੀਕ ਜਿਹਦੀ ਲੰਘ ਚੁੱਕੀ ਸੀਗੀ। ਬਿਲਕੁਲ ਪ੍ਰੋਫੈਸਰ ਸਾਹਿਬ, ਬਹੁਤ ਸਾਰੇ ਜਿਹੜੇ ਮੁਲਕ ਨੇ ਜਿਨ੍ਹਾਂ ਕੋਲ ਉਹ ਹੈ ਨਹੀਂ ਆ ਇੰਨੀਆਂ ਸੰਭਾਵਨਾਵਾਂ ਕਿ ਉਹ ਆਪਣੇ ਸਾਰੇ ਲੋਕਾਂ ਨੂੰ ਵੈਕਸੀਨੇਟਡ ਕਰ ਸਕਣ, ਉੱਥੇ ਤਾਂ ਲੋਕ ਅਜੇ ਤਰਸ ਰਹੇ ਆ, ਕਈਆਂ ਤੋਂ ਪਹਿਲੀ ਡੋਜ਼ ਨਹੀਂ ਮਿਲੀ। ਤੇ ਜਿੱਥੇ ਕਿਤੇ ਇਸ ਤਰ੍ਹਾਂ ਦਾ ਮਾਹੌਲ ਹੈ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ, ਐਡਵਾਂਸ ਮੁਲਕਾਂ ਦੇ ਵਿੱਚ, ਉੱਥੇ ਕੁਝ ਲੋਕ ਦੂਜੀ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਅਸੀਂ ਵੈਕਸੀਨ ਲਵਾਉਣੀ ਨਹੀਂ। ਇਹ ਵੀ ਇੱਕ ਦੁਬਦਾ ਖੜੀ ਕਰਨ ਵਾਲੀ ਗੱਲ ਹੋ ਜਾਂਦੀ ਹੈ। ਕਦੀ ਕਦੀ ਲੱਗਦਾ ਹੈ ਕਿ ਅਸੀਂ ਇਸ ਪਾਸੇ ਜਾਈਏ ਜਾਂ ਇਸ ਪਾਸੇ ਜਾਈਏ। ਗਿੱਲ ਸਾਹਿਬ, ਇਹ ਗੱਲ ਜਿਹੜੀ ਆ ਨਾ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ। ਦੇਖੋ, ਜੋ ਸਾਇੰਸ ਕਹਿੰਦੀ ਆ ਉਹ ਤਾਂ ਇਹੀ ਕਹਿੰਦੀ ਆ ਭਈ ਜਦੋਂ ਕੋਈ ਬਿਮਾਰੀ ਫੈਲ ਜਾਂਦੀ ਆ, ਤੁਹਾਡੇ ਸਿਰ ਪੀੜ ਵੀ ਹੁੰਦੀ ਆ, ਤੇ ਉਹ ਸਿਰ ਪੀੜ ਦੀ ਤੁਸੀਂ ਦਵਾਈ ਲੈਂਦੇ ਆ ਤਾਂ ਹਟਦੀ ਆ।
ਤੁਹਾਨੂੰ ਖੰਘ ਲੱਗਦੀ ਆ, ਉਹਦੀ ਤੁਸੀਂ ਕੋਈ ਦਵਾਈ ਲੈਂਦੇ ਆ ਫੇਰ ਹਟਦੀ ਆ। ਤੁਹਾਨੂੰ ਬੁਖਾਰ ਚੜ੍ਹਦਾ, ਤੁਸੀਂ ਬੁਖਾਰ ਦੀ ਦਵਾਈ ਲੈਂਦੇ ਆ, ਕੋਈ ਟੀਕਾ ਲਵਾਉਂਦੇ ਆ ਤਾਂ ਹਟਦਾ। ਇਹ ਮੈਂ ਸਮਝਣਾ ਵੀ ਇਹ ਵੀ ਇੱਕ ਬਿਲਕੁਲ ਦਕਿਆਨੁਸੀ ਗੱਲ ਹੈਗੀ ਆ। ਪਰ ਦੂਜੇ ਬੰਨੇ ਇਹ ਵੀ ਆ ਭਈ ਜਿਹੜੀ ਡਿਸਪੈਰਿਟੀ ਹੈਗੀ ਆ, ਜਾਂ ਜਿਹੜੀ ਐਕਸਪਲਾਇਟੇਸ਼ਨ ਆ, ਜਾਂ ਮੁਨਾਫਾ ਕਮਾਉਣ ਵਾਲੀ ਗੱਲ ਆ, ਅਸਲ ਗੱਲ ਇਹ ਆ ਕਿ ਦੁਨੀਆ ਨੂੰ ਰਾਹ ਪਾਉਣ ਵਾਲੇ ਜਿਹੜੇ ਮੁਲਕ ਆ ਉਹ ਘੱਟ ਰਹਿ ਗਏ ਆ ਇਸ ਵੇਲੇ। ਪਹਿਲੀ ਗੱਲ ਤਾਂ ਲੀਡਰਸ਼ਿਪ ਜਿਹੜੀ ਆ ਉਹ ਕਿਹਦੇ ਕੋਲ ਆ? ਵਰਲਡ ਦੀ ਲੀਡਰਸ਼ਿਪ ਜਿਹੜੀ ਆ ਉਹ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਕੋਲ ਆ, ਕਾਰਪੋਰੇਟ ਜਗਤ ਕੋਲ ਆ। ਔਰ ਕਾਰਪੋਰੇਟ ਜਗਤ ਕਿੱਥੇ ਆ? ਵੱਡੇ ਵੱਡੇ ਮੁਲਕ ਜਿਹੜੇ ਆ, ਅਮੀਰ ਮੁਲਕ ਹੈਗੇ ਆ। ਸੋ ਇਹ ਅਮੀਰ ਮੁਲਕ ਜਿਹੜੇ ਆ, ਪਹਿਲਾਂ ਹੀ ਬਾਰ-ਬਾਰ ਗੱਲ ਕਰਦੇ ਆ, ਇਹ ਤੁਸੀਂ 1000 ਵਾਰੀ ਵੀ ਗੱਲ ਕਰੋਗੇ ਤੇ ਤਾਂ ਵੀ ਨਤੀਜਾ ਇਹੋ ਨਿਕਲਣਾ ਕਿ ਕਾਰਪੋਰੇਟ ਜਗਤ ਜਿਹੜਾ ਆ ਉਹ ਹਮੇਸ਼ਾ ਹੀ ਮੁਨਾਫੇ ਵਾਲੇ ਪਾਸੇ ਨੂੰ ਜਾਂਦਾ ਹੈਗਾ। ਤੇ ਲੋਕ ਪੱਖੀ ਤਾਕਤਾਂ ਜਿਹੜੀਆਂ, ਜਿਹੜੇ ਮੁਲਕ ਮਨੁੱਖਤਾ ਦੀ ਭਲਾਈ ਚਾਹੁੰਦੇ ਸੀਗੇ, ਉਹ ਹੁਣ ਇਸ ਵੇਲੇ ਸੀਨ ਤੇ ਹੈ ਨਹੀਂ ਗੇ। ਤੇ ਇਸ ਕਰਕੇ ਅਸੀਂ, ਤੁਸੀਂ ਤੇ ਸਾਰੇ ਮੁਲਕਾਂ ਦੇ ਲੋਕ ਜਿਹੜੇ ਆ, ਖਾਸ ਕਰਕੇ ਅੰਡਰ ਡਿਵੈਲਪਡ ਕੰਟਰੀਜ਼, ਡਿਵੈਲਪਿੰਗ ਕੰਟਰੀਜ਼ ਤੇ ਗਰੀਬ ਜਿਹੜੇ ਦੇਸ਼ ਹੈਗੇ ਆ, ਉਹ ਇਹਦੀ ਮਾਰ ਗਿੱਲ ਸਾਹਿਬ ਚੱਲ ਰਹੇ ਆ। ਤੇ ਤੁਹਾਨੂੰ ਪਤਾ ਵੀ ਪੰਜਾਬੀ ਦਾ ਇੱਕ ਅਖਾਣ ਹੈਗਾ, ਜੇ ਆਇਆ ਸਿਆਲ ਤਾਂ ਮਰੇ ਗਰੀਬ, ਜੇ ਆਇਆ ਹੁਨਾਲ ਤਾਂ ਮਰੇ ਗਰੀਬ। ਭਾਵੇਂ ਗਰਮੀ ਆਵੇ ਤੇ ਭਾਵੇਂ ਸਿਆਲ ਆਵੇ, ਮਰਨਾ ਕਿਹਨੇ ਆ? ਮਰਨਾ ਗਰੀਬ ਨੇ ਆ। ਸੋ ਇਹ ਚਿੰਤਾ ਵਾਲੀ ਗੱਲ ਬਹੁਤ ਆ। ਅਸੀਂ ਇਸ ਚਿੰਤਾ ਦੇ ਵਿੱਚ ਸ਼ਾਮਲ ਆ। ਅਸੀਂ ਹੱਲ ਨਹੀਂ ਕਰ ਸਕਦੇ, ਇਸ ਪੋਜੀਸ਼ਨ ਵਿੱਚ ਅਸੀਂ ਨਹੀਂ, ਪਰੰਤੂ ਜਿੰਨੀ ਕੁ ਸਾਡੀ ਆਵਾਜ਼ ਹੈ, ਅਸੀਂ ਇਹ ਆਵਾਜ਼ ਜ਼ਰੂਰ ਪਹੁੰਚਾਉਂਦੇ ਆ ਕਿ ਇੱਕ ਤਾਂ ਅਸੀਂ ਮੁਨਾਫਾਖੋਰੀ ਦੇ ਖਿਲਾਫ ਆ, ਕਿ ਮਨੁੱਖੀ ਜਾਨਾਂ ਦੀ ਕੀਮਤ ਦੇ ਕੇ ਮੁਨਾਫਾਖੋਰੀ ਕਰਨੀ ਜਿਹੜੀ ਆ, ਇਹ ਕ੍ਰਾਈਮ ਅਗੇਂਸਟ ਹਿਊਮੈਨਿਟੀ ਆ। ਇਹ ਮਨੁੱਖਤਾ ਦੇ ਖਿਲਾਫ ਇੱਕ ਜੁਰਮ ਆ। ਤੇ ਨਾਲ ਦੀ ਨਾਲ ਉਹ ਲੋਕ ਜਿਹੜੇ ਦਕਿਆਨੁਸੀ, ਪਛਾਂ ਖਿੱਚੂ ਤੇ ਉਹਨਾਂ ਲਈ ਕਿਹੜੇ ਵਿਸ਼ੇਸ਼ਣ ਵਰਤੇ ਜਾਣ, ਉਹਨਾਂ ਨੂੰ ਵੀ ਸਮੱਤ ਆਉਣ ਦੀ ਅਸੀਂ ਕਾਮਨਾ ਕਰਦੇ ਹਾਂ ਕਿ ਬਿਮਾਰੀ ਦੇ ਲਈ ਦਵਾਈ ਸਸਤੀ ਹੋਵੇ, ਟਾਈਮ ਸਿਰ ਮਿਲੇ ਤੇ ਉਹ ਵਕਤ ਸਿਰ ਲੱਗ ਜਾਵੇ। ਇਹਦੇ ਅਸੀਂ ਬਿਲਕੁਲ ਇਸ ਗੱਲ ਦੀ ਸਿਫਾਰਿਸ਼ ਕਰਦੇ ਹਾਂ, ਇਸ ਗੱਲ ਦੇ ਹਾਮੀ ਹਾਂ। ਪਰ ਅਸੀਂ ਇਸ ਗੱਲ ਦੇ ਮੁੱਢੋਂ ਹੀ ਖਿਲਾਫ ਹਾਂ ਵੀ ਤੁਸੀਂ ਬਿਮਾਰੀ ਹੋਵੇ ਤਾਂ ਤੁਸੀਂ ਕਹੋ ਜੀ ਅਸੀਂ ਦਵਾਈ ਨਹੀਂ ਲੈਣੀ। ਤੇ ਇਹ ਲੋਕ ਜਿਹੜੇ ਗਿੱਲ ਸਾਹਿਬ ਜਿਹੜੇ ਇਹ ਕਹਿੰਦੇ ਆ ਨਾ ਵੀ ਅਸੀਂ ਵੈਕਸੀਨ ਨਹੀਂ ਲਵਾਉਣੀ, ਜਦੋਂ ਇਹ ਪਕੜ 'ਚ ਆ ਜਾਂਦਾ ਨਾ ਬਿਮਾਰੀ ਦੀ 'ਚ, ਤੇ ਫਿਰ ਹਸਪਤਾਲ 'ਚ ਜਾ ਕੇ ਚੀਕਾਂ ਮਾਰਦੇ ਆ, ਦੁਹੱਥਣਾ ਮਾਰਦੇ ਆ, ਦਵਾਈ ਪਾਉਂਦੇ ਆ, ਉਹ ਸਾਨੂੰ ਵੈਕਸੀਨ ਲਾ ਦਿਓ, ਉਹ ਸਾਨੂੰ ਬਚਾ ਲਓ। ਇਹ ਵੀ ਲੋਕ ਜਿਹੜੇ ਹੈਗੇ ਆ ਜੀ, ਇਹਨਾਂ ਨੂੰ ਵੀ ਅਸੀਂ ਅਪੀਲ ਹੀ ਕਰ ਸਕਦੇ ਹਾਂ ਭਈ ਇੱਦਾਂ ਦੇ ਕੰਮ ਜਿਹੜੇ ਆ ਨਹੀਂ ਕਰਨੇ ਚਾਹੀਦੇ। ਜਿਹੜੀ ਬਿਮਾਰੀ ਹੋ ਗਈ ਆ ਉਹਦਾ ਇਲਾਜ ਜਿਹੜਾ ਹੈ ਉਹ ਦਵਾਈ ਨਾਲ ਹੀ ਹੋਣਾ ਹੈ। ਬਿਲਕੁਲ ਬਿਲਕੁਲ। ਆਪਾਂ ਪਹਿਲਾਂ ਦੇਖਿਆ ਸੀਗਾ ਜੀ, ਸਾਡੀ ਜਿਹੜੀ ਹੈ ਸਟੇਟ ਹੈ ਜੈਸਨ ਕੈਨੀ ਹੀਰਾਂ ਵਾਲੀ, ਆਪਣੀ ਅਲਬਰਟਾ, ਉੱਥੇ ਕਾਫੀ ਜ਼ਿਆਦਾ ਇਸ ਤਰ੍ਹਾਂ ਦਾ ਰੁਝਾਨ ਸੀਗਾ ਤੇ ਕੇਸ ਵੀ ਉੱਥੇ ਜ਼ਿਆਦਾ ਆਉਣੇ ਸ਼ੁਰੂ ਹੋ ਗਏ ਸੀਗੇ। ਪਰ ਹੁਣ ਜਿਹੜਾ ਕਿਊਬਿਕ ਦੇ ਵਿੱਚ 12,833 ਕੇਸ ਨਵੇਂ ਜਿਹੜੇ ਆ ਉਹ ਆਏ ਦੱਸੇ ਜਾ ਰਹੇ ਆ। ਇਹ ਇੱਕ ਚਿੰਤਾ ਵਾਲੀ ਗੱਲ ਆ। ਅੰਟਾਰੀਓ ਵੱਡੀ ਸਟੇਟ ਆ, ਇੱਥੇ ਵੀ ਲਗਾਤਾਰ ਇਹਦਾ ਡਰ ਬਣਿਆ ਹੋਇਆ, ਔਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਹੌਲੀਡੇ ਸੀਜ਼ਨ ਆ, ਇਹਦੇ ਤੋਂ ਬਾਅਦ ਇੱਕ ਵਾਰੀ ਫੇਰ ਸਾਨੂੰ ਸ਼ਾਇਦ ਅੱਗੇ ਵਰਗੀ ਜਿਹੜੀ ਮੁਸੀਬਤ ਹੈ ਉਹਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਅਜੇ ਸਰਕਾਰਾਂ ਨੇ ਥੋੜ੍ਹੀ ਜਿਹੀ ਢਿੱਲ ਵਰਤੀ ਹੋਈ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੇਖਿਆ ਜਾਵੇ ਤੇ ਜਿਹੜਾ ਇਹ ਫੀਅਰ ਆ, ਇਹਦੇ ਨਾਲ ਮਨੁੱਖ ਦੀ ਜ਼ਿੰਦਗੀ ਇੱਕ ਕਿਸਮ ਦਾ ਨਰਕ ਬਣੀ ਹੋਈ ਆ। ਹਰ ਕੋਈ ਇਹ 'ਚੋਂ ਨਿਕਲਣਾ ਚਾਹੁੰਦਾ, ਹਰ ਕੋਈ ਚਾਹੁੰਦਾ ਕਿ ਹੁਣ ਬਹੁਤ ਹੋ ਗਿਆ, ਕੁਝ ਬਾਹਰ ਨਿਕਲੀਏ। ਤੇ ਬਾਹਰ ਨਿਕਲਦਿਆਂ ਹੀ ਫਿਰ ਮੁਸੀਬਤ ਨੂੰ ਆਪਣੇ ਵੱਲ ਘਰ ਸੱਦ ਲੈਂਦੇ ਆ ਤੇ ਫਿਰ ਅੰਦਰਾਂ 'ਚ ਬੰਦ ਹੋਣ ਲਈ ਮਜਬੂਰ ਹੋ ਜਾਂਦੇ ਆ। ਸੋ ਇਹ ਹੌਲੀਡੇ ਸੀਜ਼ਨ ਤੋਂ ਬਾਅਦ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਕਿ ਇੱਕ ਵਾਰੀ ਦੁਬਾਰਾ ਜਿਹੜਾ ਆ ਨਾ ਜੀ, ਇਹ ਫਿਰ ਇਹ ਵੇਵ ਜਿਹੜੀ ਆ ਉਹ ਸਾਨੂੰ ਆਪਣੀ ਗ੍ਰਿਪ ਵਿੱਚ ਲਏਗੀ। ਔਰ ਦੂਜੇ ਪਾਸੇ ਜਿਹੜੇ ਐਕਸਪਰਟ ਨੇ, ਜਿੱਦਾਂ ਅਮਰੀਕਾ ਨੇ 10 ਸਾਲ ਪਹਿਲਾਂ 14 ਦਿਨ ਦਾ ਹੁੰਦਾ ਸੀਗਾ ਕੁਆਰੰਟਾਈਨ ਪੀਰੀਅਡ, ਉਹਨੂੰ ਘਟਾ ਕੇ 10 ਦਿਨ ਦਾ ਕੀਤਾ, ਹੁਣ 5 ਦਿਨ ਦਾ ਕੀਤਾ। ਉਹਨੂੰ ਕ੍ਰਿਟਿਸਾਈਜ਼ ਕਰ ਰਿਹਾ ਕਿ ਇਦਾਂ ਕਰਕੇ ਤੁਸੀਂ ਲੋਕਾਂ ਨੂੰ ਕੋਈ
ਰਾਹਤ ਨਹੀਂ ਦੇ ਰਹੇ। ਇਹਦੇ ਨਾਲ ਉਲਟਾ, ਕਿਉਂਕਿ ਇਕਨੋਮੀ ਅਫੈਕਟ ਹੋ ਰਹੀ ਆ, ਸਰਕਾਰਾਂ ਇਹ ਵੀ ਚਾਹੁੰਦੀਆਂ ਨੇ ਕਿ ਲੋਕਡਾਊਨ ਨਾ ਹੋਣ, ਘੱਟ ਤੋਂ ਘੱਟ ਲੋਕਾਂ ਨੂੰ ਘਰਾਂ 'ਚ ਬੰਦ ਰੱਖਿਆ ਜਾਵੇ, ਕੰਮਾਂ 'ਤੇ ਜਾਇਆ ਜਾਵੇ। ਪਰ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਐਕਸਪਰਟਸ ਦੀਆਂ ਰਾਏ, ਹੋਰ ਕਈ ਕੁਝ ਜਿਹੜਾ ਉਹਨੂੰ ਧਿਆਨ 'ਚ ਰੱਖਣਾ ਪੈਂਦਾ। ਗਿੱਲ ਸਾਹਿਬ, ਜਿਹੜੇ ਲਾਕਡਾਊਨ ਲੱਗਦੇ ਆ ਜਾਂ ਘਰਾਂ 'ਚ ਬੰਦ ਕੀਤਾ ਜਾਂਦਾ ਆ, ਉਹ ਜਿਹੜੇ ਪ੍ਰਬੰਧ ਨੇ, ਜਿਹੜੀਆਂ ਸਰਕਾਰਾਂ ਨੇ, ਉਹ ਵੀ ਕੋਈ ਖੁਸ਼ੀ ਲਈ ਥੋੜੀ ਕਰਦੀਆਂ ਹੈਗੀਆਂ, ਖੁਸ਼ੀ ਨਾਲ ਨਹੀਂ ਉਹ ਕਰਦੀਆਂ। ਸਰਕਾਰ ਨੂੰ ਵੀ ਪਤਾ ਆ ਵੀ ਇਕਨੋਮੀ ਇਫੈਕਟ ਹੁੰਦੀ ਹੈਗੀ ਆ। ਹਾਂਜੀ, ਸਰਕਾਰ ਨੂੰ ਵੀ ਪਤਾ ਆ ਵੀ ਆਪਣੇ ਕੈਨੇਡਾ 'ਚ ਹੀ ਦੇਖ ਲਓ ਤੁਸੀਂ ਵੀ ਕਿੰਨੇ ਕਰਜ਼ੇ ਜਿਹੜੇ ਹੈਗੇ ਆ, ਕਿੰਨੀਆਂ ਕਰਜ਼ੇ ਨਹੀਂ ਉਹਨੂੰ ਕਹਿਣਾ ਚਾਹੀਦਾ, ਗ੍ਰਾਂਟਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਹੈਗੀਆਂ। ਇੱਕ ਇਹਦਾ ਇਹ ਵੀ ਪੱਖ ਆ ਵੀ ਉਹਨਾਂ ਨੂੰ ਮਿਸਯੂਜ਼ ਵੀ ਕੀਤਾ ਗਿਆ, ਉਹ ਚਲੋ ਇੱਕ ਮਤਲਬ ਵੱਖਰਾ ਇਸ਼ੂ ਹੈਗਾ, ਉਹ ਆਪਾਂ ਨਹੀਂ ਡਿਸਕਸ ਕਰਦੇ। ਪਰ ਇਹ ਜਿਹੜੀ ਗੱਲ ਆ, ਇਹਦੇ ਵਿੱਚ ਦੇਖੋ ਸਰਕਾਰਾਂ ਜਿਹੜੀਆਂ ਉਹ ਆਪਣੇ ਥਾਂ ਦੇ ਉੱਤੇ ਕੋਸ਼ਿਸ਼ ਕਰਦੀਆਂ ਆ, ਉਹਨਾਂ ਲਈ ਅਸੀਂ ਥੈਂਕਫੁਲ ਆ। ਜਿਹੜੀ ਸਾਡੀ ਕੈਨੇਡੀਅਨ ਗੌਰਮੈਂਟ ਸਾਡੇ ਆਪਣੇ ਨਾਗਰਿਕਾਂ ਬਾਰੇ ਸੋਚਦੀ ਆ। ਤੇ ਦੂਜੇ ਬੰਨੇ ਮੈਂ ਮਹਿਸੂਸ ਕਰਦਾ ਗਿੱਲ ਸਾਹਿਬ ਕਿ ਜਿਹੜੇ ਨਾਗਰਿਕ ਹੈਗੇ ਆ, ਜਿਹੜੀ ਵਸੋਂ ਆ, ਜਿਹੜੇ ਸ਼ਹਿਰੀ ਆ, ਉਹਨਾਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ। ਹੁਣ ਜ਼ਬਰਦਸਤੀ ਡੰਡੇ ਨਾਲ, ਕਾਨੂੰਨ ਤੋਂ ਡਰਦੇ ਮਾਰੇ, ਸਜ਼ਾ ਤੋਂ ਡਰਦੇ ਮਾਰੇ ਜੇ ਕੋਈ ਅਸੀਂ ਕੰਮ ਕਰਦੇ ਆ, ਤਾਂ ਇਹ ਮੇਰਾ ਖਿਆਲ ਹੈ ਕਿ ਵੀ ਸਾਡੀ ਕੋਈ ਸਿਆਣਪ ਨਹੀਂ ਹੈ। ਸਾਨੂੰ ਜਦੋਂ ਪਤਾ ਆ ਮਸਲਨ ਵੀ ਮਾਸਕ ਪਾਓ, ਸਾਡੇ ਹੁਣ ਕਈ ਇਸ ਗੱਲ ਨੂੰ ਬੜੀ ਬਹਾਦਰੀ ਸਮਝਦੇ ਆ ਵੀ ਇਹ ਕੀ ਹੋਣ ਡਿਆ ਜੀ, ਕੋਈ ਗੱਲ ਨਹੀਂ, ਨਾ ਵੀ ਮਾਸਕ ਪਾਵਾਂਗੇ ਤਾਂ ਵੀ ਕੋਈ ਗੱਲ ਨਹੀਂ। ਤੇ ਉਸ ਤੋਂ ਬਿਨਾਂ ਬਈ ਤੁਸੀਂ ਭਾਈ ਸੈਲੀਬ੍ਰੇਸ਼ਨਾਂ ਨਾ ਕਰੋ, ਬੰਦੇ ਇਕੱਠੇ ਨਾ ਕਰੋ। ਤੇ ਤੁਹਾਨੂੰ ਪਿਛਲੇ ਸਾਲ ਤੋਂ ਹੀ ਰਿਪੋਰਟਾਂ ਆ ਰਹੀਆਂ ਨੇ ਨਾ ਭਈ ਫਲਾਣੇ ਥਾਂ ਜਿਹੜੇ ਆ ਉਹ ਬੈਕਯਾਰਡ 'ਚ ਇੰਨੇ ਬੰਦੇ ਇਕੱਠੇ ਹੋ ਗਏ, ਉਹਨਾਂ ਨੂੰ ਜੁਰਮਾਨਾ ਕਰਤਾ, ਇੰਨਾ ਜੁਰਮਾਨਾ ਕਰਤਾ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਆ, ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਵਾਸਤੇ ਵਚਨਬੱਧ ਹੁੰਦੀ ਆ, ਹੋਣੀ ਚਾਹੀਦੀ ਆ। ਪਰੰਤੂ ਜਿਨ੍ਹਾਂ ਦੀ ਜਾਨ ਦੀ ਰਾਖੀ ਕਰਨੀ ਆ, ਉਹਨਾਂ ਨੂੰ ਵੀ ਫਿਕਰ ਹੋਣਾ ਚਾਹੀਦਾ। ਸਾਡੀ ਜਾਨ ਦਾ ਕੇਵਲ ਸਰਕਾਰ ਹੀ ਫਿਕਰ ਨਾ ਕਰੇ, ਅਸੀਂ ਵੀ ਕਰੀਏ। ਤੇ ਜਿਹੜੀਆਂ ਮੋਟੀਆਂ ਗੱਲਾਂ ਆ, ਜਿੱਦਾਂ ਮਾਸਕ ਲਾਉਣ ਦੀ ਗੱਲ ਹੈਗੀ ਆ, ਆਪਣੇ ਸੈਨੀਟਾਈਜ਼ ਕਰਨ ਦੀ ਗੱਲ ਹੈਗੀ ਆ, ਘੱਟੋ ਘੱਟ ਇਹ ਤਾਂ ਹੁਣ ਯੂਜ਼ ਟੂ ਹੋ ਗਏ ਆ, ਅਸੀਂ ਸਾਲ ਤੋਂ ਉੱਪਰ ਹੋ ਗਿਆ, ਇਹ ਕਰਨੀਆਂ ਚਾਹੀਦੀਆਂ। ਤੇ ਇਸ ਸੰਬੰਧ ਦੇ ਵਿੱਚ ਜਿਹੜੀਆਂ ਹਦਾਇਤਾਂ ਆ, ਜਿੱਦਾਂ ਤੁਸੀਂ ਦੇਖਿਆ ਹੋਣਾ, ਮਤਲਬ ਜਿੱਥੋਂ ਅਸੀਂ ਦੁਕਾਨਾਂ ਤੋਂ ਚੀਜ਼ਾਂ ਖਰੀਦਦੇ ਆ, 2 ਮੀਟਰ ਦਾ ਡਿਸਟੈਂਸ ਵਗੈਰਾ ਵਗੈਰਾ। ਇਹ ਵੱਖਰੀ ਗੱਲ ਆ ਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਪਹਿਲਾਂ ਕਿ ਵਿਤਕਰਾ ਕੀਤਾ ਜਾਂਦਾ ਛੋਟੇ ਕਾਰੋਬਾਰਾਂ ਦੇ ਵਿੱਚ ਤੇ ਵੱਡੇ ਕਾਰੋਬਾਰਾਂ ਦੇ ਵਿੱਚ, ਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਜੇ ਅਦਾਰੇ ਵੱਡੇ ਆ, ਵਾਲਮਾਰਟ ਵੱਡਾ ਅਦਾਰਾ ਆ, ਕਾਸਕੋ ਵੱਡਾ ਅਦਾਰਾ ਆ, ਤੇ ਗਿੱਲ ਸਾਹਿਬ ਉੱਥੇ ਲੋਕ ਵੀ ਤੇ ਜ਼ਿਆਦਾ ਜਾਂਦੇ ਆ ਨਾ, ਉੱਥੇ ਲੋਕਾਂ ਦੀ ਗਿਣਤੀ ਵੀ ਤੇ ਜ਼ਿਆਦਾ ਹੁੰਦੀ ਆ ਨਾ। ਇਸ ਕਰਕੇ ਇਦਾਂ ਦਾ ਵਿਤਕਰਾ ਤਾਂ ਨਹੀਂ ਹੋਣਾ ਚਾਹੀਦਾ। ਪਰੰਤੂ ਸਾਨੂੰ ਵੀ ਆਪਣਾ ਜਿਹੜਾ ਫਰਜ਼ ਆ ਉਹ ਜ਼ਰੂਰ ਪਛਾਣਨਾ ਚਾਹੀਦਾ। ਤੇ ਇਹ ਜਿਹੜੀ ਵਬਾ ਆ, ਇਹ ਜਿਹੜੀ ਬਿਮਾਰੀ ਆ, ਜਿਹੜੀ ਮਹਾਮਾਰੀ ਆ, ਇਹ ਖੋਜ ਹੁੰਦੀ ਰਹੇਗੀ ਵੀ ਇਹ ਮੈਨ ਮੇਡ ਆ ਕਿ ਕੁਦਰਤ ਵੱਲੋਂ ਆ। ਇਹ ਵੀ ਕਮੈਂਟ ਹੁੰਦੇ ਰਹਿਣਗੇ ਵੀ ਦਵਾਈ ਜਿਹੜੀ ਆ ਉਹ ਮੁਨਾਫੇ ਵਾਸਤੇ ਨਹੀਂ, ਯਾਨੀ ਅੰਨੇ ਮੁਨਾਫੇ ਵਾਸਤੇ ਨਹੀਂ। ਮੁਨਾਫਾ ਤਾਂ ਅਸੀਂ ਮੰਨ ਕੇ ਚੱਲਦੇ ਆ ਕਿ ਜਿਹਨੇ ਕੋਈ ਚੀਜ਼ ਪੈਦਾ ਕਰਨੀ ਆ ਉਹਨੇ ਉਹਦੇ ਚੋਂ ਲਾਭ ਲੈਣਾ ਹੀ ਆ, ਪਰੰਤੂ ਅੰਨਾ ਲਾਭ ਨਾ ਲਿਆ ਜਾਵੇ, ਉਹਨੂੰ ਵਾਜਬ ਤੌਰ ਤੇ, ਜਿੱਦਾਂ ਬਾਬੇ ਨੇ ਕਿਹਾ ਵੀ ਸੱਚ ਵਪਾਰ ਕਰੋ। ਸੋ ਅਸੀਂ ਤਾਂ ਇਹੀ ਗਿੱਲ ਸਾਹਿਬ ਡਿਸਕਸ ਕਰ ਸਕਦੇ ਹਾਂ, ਇਹੀ ਦੁਆ ਕਰ ਸਕਦੇ ਹਾਂ, ਇਹੀ ਸਲਾਹ ਦੇ ਸਕਦੇ ਹਾਂ ਜੀ। ਅੱਛਾ, ਹੁਣ ਥੋੜ੍ਹਾ ਜਿਹਾ ਆਪਾਂ ਭਾਰਤ ਵੱਲ ਪਰਤੀਏ। ਚੰਡੀਗੜ੍ਹ ਦੇ ਭਾਵੇਂ ਮਿਊਨਿਸਪਲ ਕਮੇਟੀ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਰਿਜ਼ਲਟ ਜਿਹੜੇ ਆ ਉਹ ਓਵਰਆਲ ਦੇਸ਼ ਦੀ ਸਿਆਸਤ ਨੂੰ ਬਹੁਤਾ ਅਫੈਕਟ ਨਹੀਂ ਕਰਦੇ ਹੁੰਦੇ। ਇੱਕ ਖਿੱਤੇ ਦੀ ਰਾਜਨੀਤੀ ਹੁੰਦੀ ਆ, ਉਹ ਵੀ ਇੱਕ ਸ਼ਹਿਰ ਦੀ ਰਾਜਨੀਤੀ ਹੁੰਦੀ ਆ। ਪਰ ਉੱਥੇ ਬੀਜੇਪੀ ਨੂੰ ਨੁਕਸਾਨ ਹੋਇਆ
ਆਮ ਆਦਮੀ ਪਾਰਟੀ 2 ਸੀਟਾਂ ਵੱਧ ਲੈ ਗਈ ਤੇ ਹੁਣ ਇਦਾਂ ਲੱਗ ਰਿਹਾ ਹੈ ਕਿ ਜਿੱਦਾਂ ਗੋਆ 'ਚ ਹੋਇਆ ਸੀ, ਮਨੀਪੁਰ 'ਚ ਹੋਇਆ ਸੀਗਾ ਕਿ ਖਰੀਦੋ ਫਰੋਖਤ ਸ਼ੁਰੂ ਹੋ ਗਈ ਆ, ਜਿਹੜੇ ਮੈਂਬਰ ਜਿੱਤ ਕੇ ਗਏ ਨੇ। ਕਿਉਂਕਿ ਬਹੁਤ ਸਾਰੇ ਆਮ ਆਦਮੀ ਪਾਰਟੀ ਨੇ ਕਿਹਾ ਇਹ ਜਾ ਰਿਹਾ, ਕਾਲੂ ਸਾਹਿਬ ਮੈਨੂੰ ਬਹੁਤਾ ਤੇ ਪਤਾ ਨਹੀਂ, ਪਰ ਮੈਂ ਸੁਣ ਰਿਹਾ ਵਾਂ ਕੁਝ ਲੋਕਾਂ ਕੋਲੋਂ ਕਿ ਉਹਨਾਂ ਨੂੰ ਕੋਈ ਬਹੁਤੀ ਉਮੀਦ ਨਹੀਂ ਸੀ ਚੰਡੀਗੜ੍ਹ ਵਿੱਚ, ਤੇ ਉਹਨਾਂ ਨੇ ਕੋਈ ਬਹੁਤਾ ਜ਼ੋਰ ਵੀ ਨਹੀਂ ਲਾਇਆ। ਪਰ ਚੰਡੀਗੜ੍ਹ ਦਾ ਮਾਹੌਲ ਵੀ ਕਿਸਾਨ ਮੂਵਮੈਂਟ ਨੇ ਬੜਾ ਬਦਲ ਦਿੱਤਾ ਸੀਗਾ। ਆਪਾਂ ਕੱਲ ਵੀ ਬੈਠੇ ਸਾਂ ਕਿਸੇ ਜਗ੍ਹਾ ਤੇ, ਗੱਲਾਂ ਹੋ ਰਹੀਆਂ ਸੀਗੀਆਂ ਕਿ ਹਰ ਚੌਂਕ, ਹਰ ਚੁਰਾਹੇ ਤੇ ਆਪ ਮਾਰੇ ਲੋਕ, ਨੌਜਵਾਨ ਲੋਕ ਝੰਡੇ ਲੈ ਕੇ ਕਿਸਾਨ ਮੂਵਮੈਂਟ ਦੇ ਹੱਕ 'ਚ ਖੜੇ ਹੁੰਦੇ ਰਹੇ, ਜਿਹਨੂੰ ਕਿਸੇ ਸਰਕਾਰ ਨੇ ਰੋਕਣ ਦੀ ਹਿੰਮਤ ਨਹੀਂ ਸੀ ਕੀਤੀ। ਸਗੋਂ ਉਲਟਾ ਇਹ ਸੀਗਾ, ਜਿਹੜੇ ਲੀਡਰ ਉੱਥੋਂ ਲੰਘਦੇ ਸੀ ਰੁਕ ਕੇ ਉਹਨਾਂ ਨੂੰ ਉੱਥੋਂ ਜਾਣਾ ਪੈਂਦਾ ਸੀ। ਇੱਕ ਨਿਹੰਗ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੂੰ ਮਜਬੂਰ ਹੋ ਕੇ ਵਾਪਸ ਛੱਡਣਾ ਪਿਆ। ਉੱਥੋਂ ਉਤਸ਼ਾਹ ਲੈ ਕੇ ਕੁਝ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਲਈ ਟਿਕਟ ਲਈ ਗਏ, ਜਿਨ੍ਹਾਂ 'ਚੋਂ ਇੱਕ ਢਾਬੇ ਵਾਲਾ ਮੁੰਡਾ ਜੀ, ਉਹਨੇ ਮੇਅਰ ਨੂੰ ਹਰਾਇਆ। ਉਹ ਕਿਹਾ ਜਾ ਰਿਹਾ ਕਿ ਉਹ ਲਗਾਤਾਰ ਆਪਣੇ ਢਾਬੇ ਤੋਂ ਸੇਵਾ ਕਰ ਰਿਹਾ ਸੀ, ਜਿਹੜੇ ਕਿਸਾਨਾਂ ਦੇ ਹੱਕ 'ਚ ਰੈਲੀਆਂ ਕਰਦੇ ਸੀ ਉਹਨਾਂ ਲਈ ਖਾਣਾ। ਤੇ ਸਰਕਾਰ ਦੀ ਜਿਸ ਤਰ੍ਹਾਂ ਚੱਲਦੀ ਹੁੰਦੀ ਆ ਕਿ ਵੱਡੇ ਬੰਦਿਆਂ ਨੂੰ ਈਡੀ ਰਾਹੀਂ ਤੰਗ ਕਰਾ ਦਿਓ, ਛੋਟੇ ਬੰਦਿਆਂ ਨੂੰ ਹੋਰ ਢੰਗ ਹੁੰਦੇ ਆ, ਉਹਨੂੰ 90-95 ਹਜ਼ਾਰ ਦੀਆਂ ਜਿੱਦਾਂ ਇੱਥੇ ਟਿਕਟਾਂ ਕਹਿੰਦੇ ਆ, ਯਾਨੀ ਕਿ ਫਾਈਨ ਕਰ ਦਿੱਤਾ ਗਿਆ, ਜਿਹੜਾ ਕਿ ਉਹਨੂੰ ਤੰਗ ਕਰਨ ਲਈ ਸੀਗਾ। ਤੇ ਉਹ ਅੱਕਿਆ ਹੋਇਆ, ਉਹਦੇ ਮਨ 'ਚ ਗੁੱਸਾ ਸੀ, ਤੇ ਉਹਨੇ ਆਮ ਆਦਮੀ ਪਾਰਟੀ ਕੋਲੋਂ ਟਿਕਟ ਮੰਗਿਆ ਜਾਂ ਉਸ ਪਾਰਟੀ ਦੇ ਨਾਲ ਸਪੋਰਟਰ ਹੋਏਗਾ। ਸੋ ਉਹਨੂੰ ਉਹ ਟਿਕਟ ਮਿਲ ਗਿਆ ਤੇ ਇੱਕ ਵੱਡੇ ਦਿਓ ਕੱਦ ਜਿਹੜਾ ਉੱਥੋਂ ਦਾ ਮੇਅਰ ਸੀ ਰਵੀ ਕਾਂਤ, ਉਹਨੂੰ ਹਰਾਉਣ 'ਚ ਕਾਮਯਾਬ ਹੋਇਆ। ਦਮਨਵੀਰ ਸ਼ਾਇਦ ਉਸ ਲੜਕੇ ਦਾ ਨਾਂ ਆ। ਤੇ ਹੁਣ ਇਹ ਇੱਦਾਂ ਦੀਆਂ ਖਬਰਾਂ ਆ ਰਹੀਆਂ ਕਿ ਖਰੀਦੋ ਫਰੋਖਤ ਜਿਹੜੀ ਆ ਭਾਰਤੀ ਜਨਤਾ ਪਾਰਟੀ ਕੋਲ, ਆਪਾਂ ਜਾਣਦੇ ਹਾਂ ਕਿ ਬੇਬਹਾ ਧਨ ਹੈ, ਤੇ ਉਹ ਇਹਦੀ ਵਰਤੋਂ ਖੁੱਲ੍ਹੇ ਰੂਪ 'ਚ ਕਰਦੇ, ਤੇ ਇਸ ਗੱਲ ਨੂੰ ਕੋਈ ਸ਼ਰਮਿੰਦਗੀ ਵੀ ਨਹੀਂ ਜ਼ਾਹਰ ਕਰਦੇ ਕਿ ਅਸੀਂ ਇਹ ਕੰਮ ਕਰ ਰਹੇ ਹਾਂ। ਉਹ ਲਗਾਤਾਰ ਕਰਦੇ ਆਏ, ਉਹਨਾਂ ਦਾ ਇਤਿਹਾਸ ਆ। ਤੇ ਇਹ ਕੰਮ ਹੁਣ ਚੰਡੀਗੜ੍ਹ 'ਚ ਹੋਣਾ ਸ਼ੁਰੂ ਹੋਇਆ। ਅਜੇ ਉਹ ਕੱਲ ਖੁਸ਼ੀਆਂ ਮਨਾ ਰਹੇ ਸੀ, 2-3 ਕਾਨਫਰੰਸ ਪ੍ਰੈਸ ਵਾਲੀਆਂ ਹੇਠਾਂ ਉੱਤੇ ਕਰ ਰਹੇ ਸੀਗੇ ਆਮ ਆਦਮੀ ਪਾਰਟੀ ਵਾਲੇ, ਤੇ ਹੁਣ ਉਹ ਦਵਾਈਆਂ ਦੇ ਰਹੇ ਨੇ ਕਿ ਸਾਡੇ ਬੰਦਿਆਂ ਨੂੰ ਹੋ ਸਕਦਾ ਹੈ ਕਿ ਪੈਸੇ ਦੇ ਲਾਲਚ ਨਾਲ ਵਰਗਲਾ ਲਿਆ ਜਾਵੇ। ਸੋ ਇਹ ਜਿਹੜਾ ਫਿਨੋਮਨਾ, ਜੋ ਕੁਝ ਚੱਲ ਰਿਹਾ ਸੈਨਾਰੀਓ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਇਹ ਆਮ ਆਦਮੀ ਪਾਰਟੀ ਦਾ ਇਮੇਜ ਵੀ ਕਾਫੀ ਧੁੰਦਲਾ ਵੀ ਆ। ਦੂਜੇ ਪਾਸੇ ਉਹ ਕਈ ਵਾਰ ਇਦਾਂ ਦਾ ਵੀ ਹੋਕਾ ਦਿੰਦੇ ਕਿ ਅਸੀਂ ਆਮ ਲੋਕਾਂ ਨੂੰ ਖਿਲਾਰਦੇ ਹਾਂ, ਤੇ ਜਿਹੜੀਆਂ ਉਹ ਸੀਟਾਂ ਨਵੀਆਂ ਦੇ ਰਹੇ ਉੱਤੇ ਵੀ ਕਿੰਤੂ ਪਰੰਤੂ ਜਿੱਦਾਂ ਪਿਛਲੀ ਵਾਰ ਸੀ ਉਹ ਹੋਣੇ ਸ਼ੁਰੂ ਹੋ ਗਏ ਆ। ਫਿਰ ਅੱਗੇ ਕਿਸਾਨਾਂ ਨਾਲ ਜੁੜੀਆਂ ਕੁਝ ਗੱਲਾਂ ਕਰਦੇ ਆ ਤੁਹਾਡੇ ਨਾਲ। ਪਹਿਲਾਂ ਇਹ 'ਤੇ ਵੇਖੀਏ ਕਿ ਚੰਡੀਗੜ੍ਹ ਦੀ ਜਿਹੜੀ ਇਲੈਕਸ਼ਨ ਆ, ਉਹਦੇ ਜਿਹੜੇ ਪ੍ਰਭਾਵ ਆ ਕੋਈ ਵੱਜਵੇਂ ਰੂਪ 'ਚ ਪੰਜਾਬ 'ਚ ਪੈਣ ਦੀ ਸੰਭਾਵਨਾ ਹੈ। ਤੇ ਦੂਸਰਾ ਇਹ ਕਿ ਜਿਹੜੇ ਲੋਕ ਉੱਥੋਂ ਆਪ ਮੁਹਾਰੇ ਗਏ ਤੇ ਜਿੱਤੇ, ਕੀ ਹੁਣ ਉਹ ਬੀਜੇਪੀ ਦੇ ਧਨ ਅੱਗੇ ਗੋਡੇ ਟੇਕ ਕੇ ਖਰੀਦੇ ਜਾਣਗੇ? ਇਹ ਗੱਲ ਠੀਕ ਆ ਜੀ, ਭਈ ਉੱਥੇ ਕਿਸਾਨ ਲਹਿਰ ਦਾ ਕਾਫੀ ਅਸਰ ਪਿਆ। ਕਿਸਾਨ ਲਹਿਰ ਦਾ ਤੇ ਸਾਰੀ ਦੁਨੀਆ 'ਚ ਹੀ, ਬਲਕਿ ਭਾਰਤ 'ਚ ਹੀ ਪਿਆ। ਪੰਜਾਬ 'ਚ ਤਾਂ ਪੈਣਾ ਹੀ ਪੈਣਾ ਸੀ, ਚੰਡੀਗੜ੍ਹ 'ਚ ਵੀ ਪੈਣਾ ਸੀਗਾ। ਜਿਹੜੀ ਇਹ ਚੋਣ ਆ ਨਾ ਜੀ, ਇਹਦੇ 'ਚ ਦੇਖੋ ਆਮ ਆਦਮੀ ਪਾਰਟੀ ਨੂੰ ਮਿਲੀਆਂ 14 ਸੀਟਾਂ, ਹਾਂਜੀ, ਬੀਜੇਪੀ ਨੂੰ ਮਿਲੀਆਂ 12, ਕਾਂਗਰਸ ਨੂੰ ਮਿਲੀਆਂ 8 ਤੇ ਅਕਾਲੀ ਦਲ ਨੂੰ ਮਿਲੀ ਹੈ 1। ਇਹਦੇ 'ਚ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਜਿਹੜੇ ਗਾਂ ਕੰਬੀਨੇਸ਼ਨ ਪਰਮੂਟੇਸ਼ਨ ਬਣਦੇ ਆ ਨਾ, ਉਹਦੇ 'ਚ ਦੇਖੋ ਇੱਕ ਤਾਂ ਸਧਾਰਨ ਬੰਦਾ ਜਿਹੜਾ ਉਹ ਦੇਖਦਾ ਵੀ 14 ਆਮ ਆਦਮੀ ਪਾਰਟੀ ਕੋਲ ਨੇ ਤੇ 8 ਹੈਗੀਆਂ ਨੇ ਕਾਂਗਰਸ ਕੋਲ, ਤੇ ਕਾਂਗਰਸ ਤੇ ਜਿਹੜੇ ਆਮ ਆਦਮੀ ਪਾਰਟੀ ਆ ਇਹ ਅਲਾਇੰਸ ਕਰਕੇ ਤੇ ਉੱਥੋਂ ਦਾ ਮੇਅਰ ਬਣਾ ਸਕਦੇ ਆ, ਜਾਂ ਕਹਿ ਲਓ ਕਿ ਮਿਊਨਿਸਪੈਲਿਟੀ ਚਲਾ ਸਕਦੇ ਆ। ਤੇ ਇਹਨਾਂ ਦਾ ਇਤਿਹਾਸ ਵੀ ਹੈਗਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਆ ਉਹ ਦਿੱਲੀ ਦੇ ਵਿੱਚ ਉਹਨਾਂ ਨੇ ਪਹਿਲੀ ਸਰਕਾਰ ਜਿਹੜੀ ਆ ਉਹ ਰਲ ਕੇ ਚਲਾਈ ਸੀਗੀ। ਪਰ ਕਾਲੂ ਸਾਹਿਬ 1 ਮਿੰਟ ਲਈ ਮੈਂ ਤੁਹਾਨੂੰ ਇੱਥੇ ਰੋਕਾਂਗਾ, ਕਿਉਂਕਿ ਇਸ ਵੇਲੇ ਪੰਜਾਬ ਇਲੈਕਸ਼ਨ ਦੇ ਬਹਾਨੇ ਤੇ ਆ, ਤੇ ਇਹਦਾ ਬੜਾ ਗਲਤ ਸੰਕੇਤ ਜਾਣ ਦੀ ਸੰਭਾਵਨਾ ਆ। ਮੈਨੂੰ ਲੱਗਦਾ ਨਹੀਂ ਕਿ ਕਾਂਗਰਸ ਵੀ ਖੁੱਲੇ ਤੌਰ ਤੇ ਸਪੋਰਟ ਤੇ ਆਏਗੀ, ਕਿਉਂਕਿ ਪੰਜਾਬ 'ਚ ਤੇ ਵਿਰੋਧ ਹੀ ਉਹਨਾਂ ਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਕਰ ਲੈਣ, ਹਾਂਜੀ, ਮੈਂ ਸੰਭਾਵਨਾ ਦੀ ਗੱਲ ਕਰਦਾ ਵੀ ਜੇ ਇਸ ਤਰ੍ਹਾਂ ਹੋਵੇ ਤਾਂ ਫਿਰ ਹੋ ਸਕਦਾ ਹੈਗਾ। ਮੈਂ ਇਹ ਨਹੀਂ ਕਹਿੰਦਾ ਵੀ ਉਹ ਕਰ ਲੈਣਗੇ ਜਾਂ ਕਰ ਲੈਣ। ਦੂਜੇ ਬੰਨੇ ਹੁਣ ਮਸਲਾ ਇਹ ਆ ਬਈ 19 ਨਾਲ ਮੈਜੋਰਟੀ ਬਣਨੀ ਆ, ਹਾਂਜੀ, ਕਿਉਂਕਿ ਇਹਨਾਂ ਦੀਆਂ 35 ਹੈਗੀਆਂ, ਸਮਝ ਲਓ ਵੀ 18 ਨਾਲ ਬਣ ਜੂਗੀ, 18-19 ਨਾਲ ਬਣਦੀ ਹੈਗੀ। ਹਾਂਜੀ, ਤੇ ਬੀਜੇਪੀ ਨੇ ਜਿੱਤੀਆਂ ਹੈਗੀਆਂ 12, ਤੇ ਇੱਕ ਇਹਨਾਂ ਦੇ ਉਸ ਪ੍ਰੋਵੀਜ਼ਨ ਹੈਗੀ ਹੈ ਜਿਹੜਾ ਪਾਰਲੀਮੈਂਟ ਦਾ ਮੈਂਬਰ ਹੁੰਦਾ ਨਾ, ਉਹਦੀ ਵੀ ਇੱਕ ਵੋਟ ਹੁੰਦੀ ਹੈਗੀ ਆ। ਅੱਛਾ ਜੀ, ਜਿਹੜਾ ਪਾਰਲੀਮੈਂਟ ਦਾ ਮੈਂਬਰ ਕਿਰਨ ਖੇਰ ਇਹਦੀ ਬੀਜੇਪੀ ਦੇ ਨੇ, ਖੇਰ ਹੈਗੀ ਆ ਬੀਜੇਪੀ ਦੀ, ਯਾਨੀ ਇਹਨਾਂ ਦੀਆਂ ਬਣਦੀਆਂ 13 ਤੇ 19 ਤੱਕ ਜਾਣ ਲਈ
ਜਾਂ 18 ਤੱਕ ਜਾਣ ਲਈ 4-5 ਸੀਟਾਂ ਦੀ ਹੋਰ ਇਹਨਾਂ ਨੂੰ ਲੋੜ ਪੈਂਦੀ ਆ। ਤੇ ਇਹ ਹੁਣ ਤੁਹਾਨੂੰ ਪਤਾ ਵੀ ਵਰਤਾਰਾ ਹੈਗਾ, ਮਤਲਬ ਬੀਜੇਪੀ ਕੋਲ ਪੈਸੇ ਵੀ ਆ, ਬੀਜੇਪੀ ਸੈਂਟਰ 'ਚ ਗਵਰਨਮੈਂਟ ਚਲਾ ਰਹੀ ਆ, ਤੇ ਉਹ ਖਰੀਦੋ ਫਰੋਖਤ ਜ਼ਰੂਰ ਕਰ ਰਹੀ ਹੋਊਗੀ ਕਿ ਅਸੀਂ 3-4 ਬੰਦੇ ਇਹਨਾਂ ਦੇ ਭੰਨ ਲਈਏ ਤੇ ਉਹਨਾਂ ਦੀ ਗਵਰਨਮੈਂਟ ਬਣਾ ਲਈਏ। ਪਰ ਇਹ ਗੱਲ ਜਿਹੜੀ ਆ, ਇਹ ਆਪਾਂ ਨੂੰ ਜ਼ਰੂਰ ਮੰਨਣਾ ਪਏਗਾ ਕਿ ਚੰਡੀਗੜ੍ਹ ਇੱਕ ਤਾਂ ਦੇਖੋ ਇਹ ਪੰਜਾਬ ਨਾਲੋਂ ਵੱਖਰਾ ਹੈ, ਇਹ ਸ਼ਹਿਰ ਦੀ ਸਿਆਸਤ ਹੈਗੀ ਆ, ਤੇ ਸ਼ਹਿਰ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਵਾਅਦਾ ਕੀਤਾ ਉਹ ਕੁਝ ਪਾਣੀ ਦਾ ਅਮਾਉਂਟ ਜਿਹੜਾ ਹੈਗਾ ਉਹ ਫ੍ਰੀ ਦੇਣ ਦੀ ਗੱਲ ਕੀਤੀ ਆ, ਬਿਜਲੀ ਦੀ ਗੱਲ ਕੀਤੀ ਆ। ਕੁਝ ਜਿਹੜਾ ਦਿੱਲੀ ਦਾ ਮਾਡਲ ਆ, ਕੇਜਰੀਵਾਲ ਨੇ ਉੱਥੇ ਜਿਹੜਾ ਹੈਲਥ ਸਿਸਟਮ ਤੇ ਐਜੂਕੇਸ਼ਨ ਸਿਸਟਮ ਆ ਉਹਦੇ ਵਿੱਚ ਤਾਂ ਭਲ ਖੱਟੀ ਆ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਇਹ ਗੱਲ ਜਿਹੜੀ ਆ ਉਹ ਚੰਡੀਗੜ੍ਹ ਦੀ ਜਿਹੜੀ ਹੈ ਚੋਣ ਉੱਤੇ ਪਈ ਹੈ, ਉਹਦਾ ਅਸਰ ਪਿਆ ਹੈਗਾ। ਬਾਕੀ ਇਸ ਗੱਲ ਦਾ ਵੀ ਅਸਰ ਪਿਆ ਆ, ਕਿਸਾਨੀ ਅੰਦੋਲਨ ਦਾ ਵੀ ਅਸਰ ਪਿਆ ਆ। ਤੇ ਉਹ ਜਿਹੜਾ ਦਮਨ ਤੁਸੀਂ ਮੁੰਡਾ ਕਹਿੰਦੇ 31 ਸਾਲਾਂ ਦਾ, ਉਹਨੇ ਜਿਹਨੂੰ ਵੱਡੇ ਉਹਨਾਂ ਦੇ ਲੀਡਰ ਨੂੰ ਹਰਾਤਾ ਆ, ਇਹਦਾ ਦੇਖੋ ਸਾਈਕੋਲੋਜੀਕਲੀ ਤਾਂ ਅਸਰ ਗਿੱਲ ਸਾਹਿਬ ਪੈਂਦਾ ਹੈਗਾ ਕਿ ਅਸੀਂ 14 ਸੀਟਾਂ ਜਿਹੜੀਆਂ ਉਹਦੇ ਚੋਂ ਜਿੱਤ ਗਏ ਆ, ਅਸੀਂ ਉੱਥੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਆ, ਇਹਦਾ ਸਾਈਕੋਲੋਜੀਕਲ ਅਸਰ ਪੈਂਦਾ ਆ। ਪਰ ਪੰਜਾਬ ਦੇ ਉੱਤੇ ਬਹੁਤਾ ਜ਼ਿਆਦਾ ਪੈਣ ਦੀ ਸੰਭਾਵਨਾ ਨਹੀਂ ਹੁੰਦੀ। ਇਹ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਕਰਨ ਵਾਸਤੇ ਜ਼ਰੂਰ ਮੌਕਾ ਜਿਹੜਾ ਉਹ ਮਿਲੇਗਾ। ਤੇ ਇਦਾਂ ਦੀ ਜਿਹੜੀ ਖਰੀਦੋ ਫਰੋਖਤ ਆ ਉਹ ਕੱਲੀ ਇਹਦੇ 'ਚ ਨਹੀਂ ਹੋ ਰਹੀ, ਉਹ ਤਾਂ ਤੁਸੀਂ ਦੇਖਦੇ ਆ, ਮਤਲਬ ਵੀ ਵਜ਼ੀਰ MLA ਛੱਡ ਕੇ ਦੂਜੀਆਂ ਪਾਰਟੀਆਂ ਜਾਣ ਡਏ ਨੇ। ਆਪਣੇ ਸਤਨਾਮ ਸਿੰਘ ਬਾਜਵੇ ਦਾ ਮੁੰਡਾ ਜਿਹੜਾ ਛੋਟਾ ਹੈਗਾ, ਫਤਿਹ ਜੰਗ ਬਾਜਵਾ ਤੇ ਬਲਵਿੰਦਰ ਲਾਡੀ, ਕਾਦੀਆਂ ਤੋਂ ਇੱਕ ਵਿਧਾਇਕ ਆ, ਇੱਕ ਸ਼੍ਰੀ ਹਰਗੋਬਿੰਦਪੁਰ ਤੋਂ, ਉਹ ਬੀਜੇਪੀ 'ਚ ਚਲੇ ਗਏ ਨੇ। ਤੇ ਉਹ ਕਹਿੰਦੇ ਆ ਵੀ ਹੋਰ ਵੀ ਅਜੇ ਤਿਆਰੀਆਂ ਕਰਨ ਡਏ ਨੇ। ਜਿਹੜਾ ਰਾਣਾ ਸੋਢੀ ਮਿਨਿਸਟਰ ਸੀਗਾ ਜਿਹੜਾ ਅਮਰਿੰਦਰ ਸਿੰਘ ਦੀ ਗਵਰਨਮੈਂਟ ਦੇ ਵਿੱਚ, ਉਹ ਵੀ ਚਲਾ ਗਿਆ। ਤੇ ਇਹ ਜਿਹੜੇ ਬੀਜੇਪੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਕਾਂਗਰਸ 'ਚ ਗਏ ਆ। ਇੱਦਾਂ ਕਰਕੇ ਇਹ ਜਿਹੜਾ ਖਰੀਦੋ ਫਰੋਖਤ ਵਾਲਾ ਮਸਲਾ ਆ, ਇਹ ਕੋਈ ਨਵਾਂ ਨਹੀਂ ਹੈ ਭਾਵੇਂ ਮਾੜਾ ਆ, ਪਰ ਇਹ ਨਵਾਂ ਨਹੀਂ ਹੈ। ਤੁਹਾਨੂੰ ਪਤਾ ਵੀ ਭਾਰਤ ਦੀਆਂ ਕਈ ਸਟੇਟਾਂ ਦੇ ਵਿੱਚ ਫਿਰ ਉਹ ਭਾਵੇਂ ਰਾਜਸਥਾਨ ਹੋਵੇ, ਈਵਨ ਜਿਹੜੇ ਕਰਨਾਟਕ ਵਾਲੇ ਸੀਗੇ, ਉਹਨਾਂ ਨੂੰ ਫਿਰ ਉਹ ਬੱਸਾਂ 'ਚ ਭਰ ਕੇ ਲੈ ਜਾਂਦੇ ਆ, ਹੋਟਲਾਂ 'ਚ ਰੱਖ ਲੈਂਦੇ ਆ, ਉਹਨਾਂ ਦੇ ਉੱਤੇ ਪਹਿਰਾ ਲੱਗਦਾ। ਇਹ ਟ੍ਰੈਂਡ ਬਹੁਤ ਮਾੜਾ ਆ ਜਿਹੜਾ ਖਰੀਦੋ ਫਰੋਖਤ ਵਾਲਾ ਆ। ਪਰ ਇਹ ਕੱਲਾ ਚੰਡੀਗੜ੍ਹ 'ਚ ਹੀ ਨਹੀਂ ਚੱਲ ਰਿਹਾ, ਇਹ ਪੰਜਾਬ ਦੇ ਵਿੱਚ ਵੀ ਚੱਲ ਰਿਹਾ। ਔਰ ਇਹ ਇੱਧਰੋਂ ਉੱਧਰੋਂ ਇਕੱਠੇ ਕਰਕੇ ਭਾਨੂਮਤੀ ਦਾ ਕੋਡ ਜਿਹੜਾ ਜੋੜਨ ਵਾਲੀ ਹੈਗੀ ਆ, ਕੁਨਬਾ ਜੋੜਨ ਵਾਲੀ ਗੱਲ ਹੀ ਆ, ਕਹੀਂ ਕੀ ਈਟ ਕਹੀਂ ਕਾ ਰੋੜਾ, ਭਾਨੂਮਤੀ ਨੇ ਕੁਨਬਾ ਜੋੜਾ। ਇਹ ਕੁਨਬਾ ਜੋੜਨ ਵਾਲੀ ਜਿਹੜੀ ਗੱਲ ਹੈਗੀ ਆ, ਇਹ ਪਹਿਲਾਂ ਤੋਂ ਹੀ ਚੱਲ ਰਹੀ ਆ। ਔਰ ਪੋਲਿਟਿਕਸ ਦਾ ਪੱਧਰ ਬਹੁਤ ਨੀਵਾਂ ਆ ਗਿਆ ਗਿੱਲ ਸਾਹਿਬ, ਕਿ ਪਾਰਟੀਆਂ ਨੇ ਬੰਦਿਆਂ ਨੂੰ MLA ਬਣਾਇਆ, ਵਜ਼ੀਰ ਬਣਾਇਆ, ਮੁੱਖ ਮੰਤਰੀ ਬਣਾਇਆ, ਉਹਨਾਂ ਨੂੰ ਉਹ ਸਾਰੀਆਂ ਗੱਲਾਂ ਭੁੱਲ ਗਈਆਂ। ਤੇ ਉਹ ਹੁਣ ਆਪਣੇ ਲਾਲਚ ਦੇ ਵਿੱਚ ਆਣ ਕੇ, ਤੇ ਇਹ ਜਿਹੜਾ ਕਲਚਰ ਹੈਗਾ, ਇਹ ਇਕੱਲਾ ਪਾਰਟੀਆਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੀ ਨਹੀਂਗਾ, ਇਹ ਪਾਰਟੀਆਂ ਦੀ ਜਥੇਬੰਦੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਆ। ਹੁਣ ਬਟਾਲੇ ਦੇ ਵਿੱਚ ਜਿਹੜਾ ਬੰਦਾ ਕੋਈ ਅਕਾਲੀਆਂ ਦਾ ਦਮ ਭਰਦਾ ਰਿਹਾ ਹੋਏਗਾ, 5 ਸਾਲ ਕਾਂਗਰਸ ਦੇ ਜ਼ੁਲਮੋ ਸਿਤਮ ਵੀ ਸਹਿੰਦਾ ਰਿਹਾ ਹੋਏਗਾ, ਉਹਨੂੰ ਸੁੱਚਾ ਸਿੰਘ ਛੋਟੇਪੁਰ ਕਿੱਦਾਂ ਹਜ਼ਮ ਹੋਏਗਾ? ਜਿਹੜਾ 5 ਸਾਲ ਅਕਾਲੀ ਦਲ ਦੇ, ਮੈਂ ਇੱਕ ਮਤਲਬ ਉਦਾਹਰਨ ਦੇ ਰਿਹਾ ਤੁਹਾਨੂੰ, ਇਹ ਹੋਰਨਾਂ ਤੇ ਵੀ ਲਾਗੂ ਹੁੰਦੀ ਹੈ ਬਿਲਕੁਲ। ਔਰ ਜਿੱਥੇ ਕਿਤੇ ਵੀ ਇਹ ਹੈ, ਜਿੱਦਾਂ ਹੁਣ ਉਹ ਬ੍ਰਹਮਪੁਰਾ ਸਾਹਿਬ ਨੂੰ ਖਡੂਰ ਸਾਹਿਬ ਤੋਂ ਉਹਨਾਂ ਨੇ ਟਿਕਟ ਦੇਤੀ ਆ, ਸ਼੍ਰੋਮਣੀ ਅਕਾਲੀ ਦਲ ਨੇ, ਬਾਦਲ ਨੇ। ਤੇ ਜਦੋਂ ਬ੍ਰਹਮਪੁਰਾ ਬਾਹਰ ਚਲ ਗਿਆ ਸੀਗਾ, ਉੱਥੇ ਕੋਈ ਅਕਾਲੀ ਦਲ ਬਾਦਲ ਦਾ ਲੀਡਰ ਹੋਵੇਗਾ ਨਾ, ਜਿਹੜਾ ਇਹਨਾਂ ਦੇ ਨਾਂ ਦੇ ਉੱਤੇ, ਜਿਹਨੂੰ ਪੰਜਾਬੀ 'ਚ ਠੇਠ ਪੰਜਾਬੀ 'ਚ ਆਪਾਂ ਕਹਿੰਦੇ ਆ ਵੀ ਸਰਕਾਰ ਦੀਆਂ ਜੁੱਤੀਆਂ ਖਾਂਦਾ ਰਿਹਾ ਹੋਏਗਾ। ਮਤਲਬ ਇਹ ਇੱਕ ਬਹੁਤ ਵੱਡਾ, ਯਾਨੀ ਇੱਕ ਬਹੁਤ ਨੈਗੇਟਿਵ ਵਰਤਾਰਾ ਹੈਗਾ। ਔਰ ਇਸ ਵੇਲੇ ਪੰਜਾਬ ਦੇ ਵਿੱਚ ਤੇ ਗਿੱਲ ਸਾਹਿਬ ਹਰ ਬੰਦਾ ਹੀ ਵਿਕਾਊ ਫਿਰਨ ਡਿਆ। ਸੋ ਇਸ ਕਰਕੇ ਇਹ ਟ੍ਰੈਂਡ ਬਹੁਤ ਮਾੜਾ ਆ। ਭਾਵੇਂ ਇਹ
ਚੰਡੀਗੜ੍ਹ ਕਾਰਪੋਰੇਸ਼ਨ ਦੇ ਪੱਧਰ ਤੇ ਹੋਵੇ ਤੇ ਭਾਵੇਂ ਪੰਜਾਬ ਪੱਧਰ ਤੇ ਹੋਵੇ ਜੀ। ਪਰ ਚੰਡੀਗੜ੍ਹ ਸ਼ਹਿਰ ਜਿਹੜਾ ਜੀ ਪੜ੍ਹਿਆ ਲਿਖਿਆ ਸ਼ਹਿਰ ਹੈ, ਨੌਕਰੀ ਪੇਸ਼ਾ ਲੋਕਾਂ ਦਾ ਸ਼ਹਿਰ ਹੈ, ਔਰ ਉਹਦੇ ਵਿੱਚ ਵੱਖ-ਵੱਖ ਸਟੇਟਾਂ ਦੇ ਲੋਕ, ਜਿੱਦਾਂ ਕੁਝ ਵੱਡੇ ਸ਼ਹਿਰ ਨੇ, ਜਿੱਦਾਂ ਦਿੱਲੀ ਬਾਰੇ ਵੀ ਕਿਹਾ ਜਾਂਦਾ, ਬੈਂਗਲੁਰੂ ਬਾਰੇ ਕਿਹਾ ਜਾਂਦਾ ਕਿ ਉੱਥੇ ਮਿਕਸ ਤਰ੍ਹਾਂ ਦੇ ਲੋਕ ਨੇ, ਹਰ ਧਰਮ ਜਾਤ ਤੇ ਸੱਭਿਆਚਾਰ ਦੇ ਲੋਕ ਵਸਦੇ ਨੇ, ਤੇ ਉਹਨਾਂ ਸ਼ਹਿਰਾਂ ਦੇ ਵਿੱਚ ਲੋਕਾਂ ਦਾ ਚੇਤਨਾ ਦਾ ਪੱਧਰ ਥੋੜਾ ਜਿਹਾ ਉੱਚਾ ਹੁੰਦਾ। ਜੇ ਬੀਜੇਪੀ ਇੰਨੀ ਇਹ ਗੰਦੀ ਗੇਮ ਖੇਡ ਕੇ ਅਗਰ ਕੌਂਸਲ ਦੇ ਵਿੱਚ ਆਪਣੇ ਸਰਕਾਰ ਬਣਾਉਂਦੀ ਆ, ਤੇ ਕੀ ਉਹ ਸ਼ਹਿਰੀ ਜਿਹੜੇ ਨੇ ਉਹਨੂੰ ਬਰਦਾਸ਼ਤ ਕਰਨਗੇ, ਜਾਂ ਕਿਸੇ ਤਰ੍ਹਾਂ ਦਾ ਵਿਰੋਧ ਹੋਣ ਦੀ ਸੰਭਾਵਨਾ ਵੀ ਤੁਹਾਨੂੰ ਲੱਗਦੀ ਆ? ਦੂਜੇ ਪਾਸੇ ਕਿਉਂਕਿ ਉਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਨੇ, ਜਿਵੇਂ ਆਪਾਂ ਕਹਿੰਦੇ ਆ ਕਿ ਕੇਜਰੀਵਾਲ ਦਾ ਜਿਹੜਾ ਮੁਕਤ ਵਾਲਾ ਏਜੰਡਾ ਆ, ਉਹਨਾਂ ਨੂੰ ਲੱਗਿਆ ਕਿ ਦਿੱਲੀ ਦੇ ਵਿੱਚ ਤੇ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਨੇ, ਹੋ ਸਕਦਾ ਸਾਨੂੰ ਵੀ ਮਿਲ ਜਾਣ। ਤੇ ਕਿਹਾ ਵੀ ਇਹ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਸਲਮ ਏਰੀਏ ਨੇ, ਪਿੰਡ ਆਪਾਂ ਵੇਖੇ ਨੇ, ਉੱਥੇ ਉਹਨਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ, ਉਹਨਾਂ ਦੀਆਂ ਗਲੀਆਂ ਨਾਲੀਆਂ ਉੱਦਾਂ ਹੀ ਤੁਰੀਆਂ ਫਿਰਦੀਆਂ ਨੇ। ਆਪਾਂ ਜੇ ਕਿਤੇ ਚੰਡੀਗੜ੍ਹ ਦੇ ਨਿੱਕੇ ਨਿੱਕੇ ਪਿੰਡਾਂ 'ਚ ਜਦੋਂ ਲੰਘਦੇ ਹਾਂ ਤੇ ਦੇਖਦੇ ਹਾਂ ਬੜੈਲ, ਦੂਜੀ ਜਗ੍ਹਾ ਤੀਜੀ, ਤੇ ਉਹ ਪਿੰਡ ਉੱਦਾਂ ਹੀ ਨੇ। ਮੈਂ ਕਈ ਵਾਰ ਹੈਰਾਨ ਆ ਕਿ ਸਿਟੀ ਬਿਊਟੀਫੁਲ ਬਣ ਗਿਆ, ਤੇ ਇਹਨਾਂ ਲੋਕਾਂ ਦੀ ਸਾਰ ਫਿਰ ਕਿਸੇ ਨਹੀਂ ਲਈ। ਸਰਕਾਰ ਚਾਹੁੰਦੀ ਤੇ ਇਹਨਾਂ ਲੋਕਾਂ ਨੂੰ ਪਲਾਟ ਦੇ ਕੇ ਘਰ ਉਸਾਰ ਦਿੰਦੀ, ਉਹ ਜਗ੍ਹਾ ਨੂੰ ਸਾਫ਼ ਕਲੀਨ ਕਰਕੇ ਇੱਕ ਨਵਾਂ ਰੰਗ ਦੇ ਸਕਦੀ ਸੀ। ਉੱਥੇ ਕਿਹੜਾ ਕੋਈ ਖੇਤੀ ਕਰ ਰਿਹਾ ਹੈ ਵੀ ਜ਼ਮੀਨਾਂ ਦੇ ਨਾਲ? ਜ਼ਮੀਨਾਂ ਤਾਂ ਹਥਿਆਲੀਆਂ ਸਾਰੀਆਂ, ਕੋਈ ਉੱਥੇ ਇਸ ਤਰ੍ਹਾਂ ਦਾ ਵੀ ਨਹੀਂ, ਪਰ ਗੰਦਗੀ ਦੇ ਢੇਰ ਤੇ ਪੁਰਾਣੀ ਤਰ੍ਹਾਂ ਦਾ ਸਟਰਕਚਰ ਉੱਥੇ ਤੁਹਾਨੂੰ ਦਿਖਦਾ ਹੈ, ਜਿਹੜਾ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਵੀ ਖਰਾਬ ਕਰ ਰਿਹਾ। ਤੇ ਉਹ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੇ ਨੇ। ਗਿੱਲ ਸਾਹਿਬ ਇਕੱਲੇ ਉਹ ਹੀ ਨਹੀਂਗੇ ਭੁਗਤੇ, ਜਿਹੜੇ ਸੋ ਕਾਲਡ ਹੈਗੇ ਆ ਨਾ ਹਾਈ ਕਲਾਸ, ਜਿਹਨੂੰ ਜੈਂਟਰੀ ਆਪਾਂ ਕਹਿੰਦੇ ਆ, ਉਹ ਵੀ ਭੁਗਤੇ ਆ। ਅੱਛਾ। ਤੇ ਇਹਦੇ ਵਿੱਚ ਇਹ ਗੱਲ ਦਰੁਸਤ ਹੈਗੀ ਆ ਕਿ ਜਿਹੜੇ ਉਹ ਪਿੰਡ ਚੰਡੀਗੜ੍ਹ ਦੇ ਵਿੱਚ ਆਏ ਸੀਗੇ ਨਾ, ਪਹਿਲਾਂ ਤਾਂ ਉਹਨਾਂ ਨੂੰ ਕਹਿੰਦੇ ਵੀ ਢਾਹ ਦਿਓ ਇਹਨਾਂ ਨੂੰ, ਫਿਰ ਉਹਨਾਂ ਨੇ ਰਜਿਸਟਰ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਢਾਓ ਨਹੀਂ, ਇਹਨਾਂ ਨੂੰ ਐਜ਼ ਇਟ ਇਜ਼ ਰਹਿਣ ਦਿਓ। ਤੇ ਇਹਨਾਂ ਦੀ ਡਿਵੈਲਪਮੈਂਟ, ਕਿਉਂਕਿ ਸਾਨੂੰ ਵੀ ਉਹਨਾਂ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਰਿਹਾ ਆ, ਉਹਨਾਂ ਦੇ ਤਾਂ ਸਗੋਂ ਚੰਡੀਗੜ੍ਹ ਬਣਨ ਨਾਲ ਗਿੱਲ ਸਾਹਿਬ ਨਾਸੀ ਧੂੰ ਆਇਆ ਕਿ ਆਲੇ ਦੁਆਲੇ ਡਿਵੈਲਪਮੈਂਟ ਹੋ ਗਈ, ਆਲੇ ਦੁਆਲੇ ਕੰਧਾਂ ਉਸਰ ਗਈਆਂ, ਆਲੇ ਦੁਆਲੇ ਕੋਠੀਆਂ ਬਣ ਗਈਆਂ। ਤੇ ਉਹ ਜਿਹੜੇ ਆ ਜੀ, ਉਹ ਵਿੱਚ ਜਿੱਦਾਂ ਮਤਲਬ ਸਮਝ ਲਓ ਇੱਕ ਟੱਪਰੀ ਵਾਸ ਵਾਂਗੂ, ਮਤਲਬ ਟੱਪਰੀ ਰਹਿ ਗਈ ਉਹਨਾਂ ਦੀ। ਉਹ ਟੱਪਰੀ ਵਾਸਾਂ ਵਰਗੀ ਜ਼ਿੰਦਗੀ ਆ ਉਹਨਾਂ ਦੀ, ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ। ਇਹ ਠੀਕ ਹੈ ਤੁਹਾਡੀ ਗੱਲ ਕਿ ਉਹਨਾਂ ਲੋਕਾਂ ਨੇ ਜ਼ਰੂਰ ਵੋਟ ਕੀਤਾ ਕੇਜਰੀਵਾਲ ਨੂੰ ਇਸ ਗੱਲ ਕਰਕੇ ਕਿ ਸਾਨੂੰ ਵੀ ਸਹੂਲਤਾਂ ਮਿਲਣਗੀਆਂ, ਸਾਡੀ ਵੀ ਡਿਵੈਲਪਮੈਂਟ ਹੋਏਗੀ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਚੰਡੀਗੜ੍ਹ 'ਚ ਪੜ੍ਹੇ ਲਿਖੇ ਲੋਕ ਆ, ਗਿੱਲ ਸਾਹਿਬ ਜਿੰਨੇ ਪੜ੍ਹੇ ਲਿਖੇ ਤੇ ਹਾਈ ਜੈਂਟਰੀ ਵਾਲੇ ਲੋਕ ਹੁੰਦੇ ਆ ਨਾ, ਉਹਨਾਂ 'ਚ ਲੜਨ ਦੀ ਕੈਪੈਸਿਟੀ ਸਭ ਤੋਂ ਘੱਟ ਹੁੰਦੀ ਆ। ਉਹ ਵਿਰੋਧ ਕਰਨ ਦੇ ਚੱਕਰ 'ਚ, ਲੜਨ ਦੇ ਚੱਕਰ 'ਚ ਪੈਂਦੇ ਹੀ ਨਹੀਂ ਗੇ। ਉਹ ਤਾਂ ਸਮਝੋ ਵੀ ਉਹਨਾਂ ਬਾਰੇ ਕੀ ਲਫ਼ਜ਼ ਵਰਤਣਾ ਚਾਹੀਦਾ, ਆਪਾਂ ਕੋਈ ਵੀ ਨਹੀਂ ਵਰਤਦੇ। ਉਹਨਾਂ ਦੇ ਵਿੱਚ ਇੰਨਾ ਹੀ ਮੈਂ ਕਹਾਂਗਾ ਵੀ ਉਹਨਾਂ 'ਚ ਉਹਨਾਂ ਦੀ ਰੀੜ੍ਹ ਦੀ ਹੱਡੀ ਜਿਹੜੀ ਆ ਨਾ ਜੀ, ਉਹ ਬੜੀ ਕਮਜ਼ੋਰ ਹੁੰਦੀ ਆ, ਤੇ ਉਹਨਾਂ ਦੇ ਕੋਈ ਲੜਨ ਮਰਨ ਦੀ ਕੋਈ ਸੰਭਾਵਨਾ ਨਹੀਂ ਹੈ। ਲੜਨ ਮਰਨ ਲਈ ਉਹ ਦਮਨ ਵਰਗੇ ਢਾਬੇ ਵਾਲੇ ਹੀ ਜਾਂਦੇ ਆ, ਮਤਲਬ ਜਿਨ੍ਹਾਂ ਨੇ ਨੁਕਸਾਨ ਉਠਾਏ ਹੁੰਦੇ ਆ, ਜਾਂ ਜਿਨ੍ਹਾਂ ਦਾ ਕੋਈ ਵਿਕਾਸ ਨਹੀਂ ਹੋਇਆ, ਪਿੰਡਾਂ ਵਾਲੇ ਲੋਕ ਜਿਹੜੇ ਆ ਉਹ ਜਾਂਦੇ ਹੈਗੇ ਆ। ਹਾਈ ਜੈਂਟਰੀ ਜਿਹੜੀ ਆ ਜੀ, ਇਹ ਜਨਰਲ ਉਹਨਾਂ ਦੀ ਅਪਰੋਚ ਇਹ ਹੁੰਦੀ ਆ ਵੀ ਅਸੀਂ ਇਸ ਪੰਗੇ 'ਚ ਕਾਹਨੂੰ ਪੈਣਾ। ਤੇ ਚੰਡੀਗੜ੍ਹ ਦੀ ਹਾਈ ਜੈਂਟਰੀ ਤੇ ਬਹੁਤ ਹੀ ਘਟੀਆ ਆ, ਮਤਲਬ ਬਹੁਤ ਹੀ ਸੈਲਫਿਸ਼ ਆ, ਇੰਨੀ ਸੈਲਫਿਸ਼ ਆ ਕਿ ਪੰਜਾਬ ਦੇ ਵਿੱਚੋਂ ਗਏ ਆ ਲੋਕ, ਤੇ ਉਹ ਪਤਾ ਕੀ ਕਹਿੰਦੇ ਆ, ਜਦੋਂ ਗੱਲ ਚੱਲਦੀ ਆ ਨਾ ਵੀ ਚੰਡੀਗੜ੍ਹ, ਬਈ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ, ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ, ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ। ਜਿਹੜੇ ਪੰਜਾਬ ਦੇ ਪਿੰਡਾਂ 'ਚੋਂ ਗਏ ਆ ਨਾ ਚੰਡੀਗੜ੍ਹ, ਉਹ ਕਹਿੰਦੇ ਆ ਵੀ ਉਹ ਨਹੀਂ ਜੀ ਨਹੀਂ, ਜੇ ਪੰਜਾਬ ਨੂੰ ਚੰਡੀਗੜ੍ਹ ਦੇਤਾ, ਇੱਥੇ ਲਿਆ ਕੇ ਲੋਕੀ ਮੱਝਾਂ ਬੰਨ੍ਹ ਦੇਣਗੇ, ਇੱਥੇ ਰੋਹ ਦੇ ਵੇਲਣੇ ਲੱਗ ਜਾਣਗੇ, ਹੈਂ, ਤੇ ਆ ਜਿਹੜੀਆਂ ਸਹੂਲਤਾਂ ਸਾਨੂੰ ਮਿਲ ਰਹੀਆਂ, ਸਸਤੀਆਂ ਚੀਜ਼ਾਂ ਮਿਲਦੀਆਂ, ਇਹ ਵੀ ਬੰਦ ਹੋ ਜਾਣਗੀਆਂ। ਯਾਨੀ ਮੈਂ ਪੰਜਾਬੀਆਂ ਦੀ ਗੱਲ ਕਰਦਾ, ਇਹ ਮਤਲਬ ਦੂਜੇ ਲੋਕਾਂ ਦੀ ਗੱਲ ਨਹੀਂ ਹੈ। ਇਸ ਕਰਕੇ ਉਹ ਕਹਿੰਦੇ ਵੀ ਨਾ ਜੀ ਨਾ, ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਣਾ ਚਾਹੀਦਾ। ਸੋ ਇਸ ਕਰਕੇ ਦੇ ਆਰ ਵੈਰੀ ਸੈਲਫਿਸ਼ ਪੀਪਲ। ਮਤਲਬ ਮੈਂ ਸਮੁੱਚੇ ਚੰਡੀਗੜ੍ਹੀਆਂ ਦੇ ਖਿਲਾਫ ਨਹੀਂ ਗਾ, ਉੱਥੇ ਟ੍ਰੇਡ ਯੂਨੀਅਨਿਸਟ ਵੀ ਹੈਗੇ ਆ, ਲੜਨ ਵਾਲੇ ਵੀ ਹੈਗੇ ਆ, ਸਾਰਾ ਕੁਛ ਹੈਗਾ, ਪਰ ਮੈਜੋਰਟੀ ਉਹਨਾਂ ਦੀ ਇੱਕ ਜਿਹੜੀ ਮਾਨਸਿਕਤਾ ਆ ਨਾ, ਉਹ ਇਹ ਬਣ ਜਾਂਦੀ ਆ ਕਿ ਬਈ ਸਾਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ, ਬਾਕੀ ਜਿਹੜੇ ਆ ਉਹਨਾਂ ਨੂੰ ਇਹ ਸਹੂਲਤ ਕੋਈ ਨਹੀਂ ਮਿਲਣੀ ਚਾਹੀਦੀ। ਸੋ ਖਰੀਦੋ ਫਰੋਖਤ ਹੋ ਜਾਵੇ, ਲੋਕੀ ਵਿਕ ਜਾਣ, ਮਰ ਜਾਣ, ਰੁੜ ਜਾਣ,
ਚੰਡੀਗੜ੍ਹ ਦੀ ਹਾਈ ਜੈਂਟਰੀ ਨੂੰ ਗਿੱਲ ਸਾਹਿਬ ਕੋਈ ਫਰਕ ਨਹੀਂ ਪੈਣਾ। ਬਿਲਕੁਲ, ਕਿਉਂਕਿ ਚੰਡੀਗੜ੍ਹ ਦੇ ਵਿੱਚ ਅੱਧਾ ਚੰਡੀਗੜ੍ਹ ਤੇ ਮੈਂ ਕਹਿ ਸਕਦਾ ਕਿ ਜਿਹੜੇ ਪੁਰਾਣੇ ਬਿਊਰੋਕਰੇਟ ਨੇ, ਰਿਟਾਇਰਡ ਫੌਜੀ ਅਫਸਰ ਨੇ, ਉਹਨਾਂ ਦਾ ਆ, ਉਹਨਾਂ ਨੂੰ ਜ਼ਿੰਦਗੀ ਦੀਆਂ ਉੱਦਾਂ ਹੀ ਸਹੂਲਤਾਂ ਪ੍ਰਾਪਤ ਨੇ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਕੁਝ ਅਲੱਗ ਤਰ੍ਹਾਂ ਦਾ ਜੀਵਨ ਜੀ ਰਹੇ ਹਾਂ ਤੇ ਉਹਦੇ ਵਿੱਚ ਖਲਲ ਪੈਣ ਦੀ ਸੰਭਾਵਨਾ ਹੈ। ਇਹ ਮਨੁੱਖ ਦਾ ਸੁਭਾਅ ਆ ਕਾਹਲੋਂ ਸਾਹਿਬ ਕਿ ਆਪਣੇ ਸਵਾਰਥ ਲਈ ਮਨੁੱਖ ਜਿਹੜਾ ਆ ਉਹ ਕਈ ਵਾਰ ਇਸ ਤਰ੍ਹਾਂ ਦੀ ਖੇਡ ਦਾ ਹਿੱਸਾ ਬਣ ਜਾਂਦਾ। ਪਰ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਸਿਸਟਮ ਦੇ ਵਿੱਚ ਰਹਿ ਰਹੇ ਹਾਂ, ਉਹਨਾਂ ਲੋਕਾਂ ਦੇ ਕੋਲ ਬੜੇ ਹਥਿਆਰ ਨੇ ਸਾਨੂੰ ਮਤਲਬ ਉੱਥੇ ਕਿਤੇ ਰੱਖਣ ਲਈ। ਮੈਂ ਜੇ ਵੇਖਾਂ ਮੋਟੇ ਤੌਰ ਤੇ, ਜਿੱਦਾਂ ਹੁਣ ਧਾਰਾ 370 ਦੀ ਗੱਲ ਕੀਤੀ ਜਾਂਦੀ ਸੀ, J&K 'ਚ ਬਹੁਤ ਚੀਜ਼ਾਂ ਸਸਤੀਆਂ ਦਿੱਤੀਆਂ ਜਾਂਦੀਆਂ ਤੇ ਇੱਕ ਹੀ ਝਟਕੇ ਨਾਲ ਉਹਨਾਂ ਸਾਰਾ ਕੁਝ ਤੋੜ ਕੇ ਰੱਖ ਦਿੱਤਾ। ਤੇ ਜਿੱਦਣ ਕਿਤੇ ਇਹਨਾਂ ਦਾ ਰੌਂ ਬਣਿਆ ਚੰਡੀਗੜ੍ਹ ਬਾਰੇ ਵੀ ਇਹ ਸਹੂਲਤਾਂ ਨਹੀਂ ਹੋ ਸਕਦੀਆਂ, ਤੇ ਉਦੋਂ ਫਿਰ ਚੰਡੀਗੜ੍ਹੀਏ ਇਕੱਲੇ ਲੜ ਦੇਣਗੇ ਤੇ ਫਿਰ ਲੋਕੀ ਬਾਕੀ ਕੀ ਕਹਿਣਗੇ ਉਹਨਾਂ ਨੂੰ। ਇਕੱਲੇ ਚੰਡੀਗੜ੍ਹ ਦਾ ਮਸਲਾ ਨਹੀਂ ਹੈ ਇਹ ਜਿਹੜੀ ਸੁਸਾਇਟੀ ਦੇ ਵਿੱਚ ਪਿਆ ਖੱਪਾ ਹੈ ਨਾ ਜੀ, ਅਮੀਰੀ ਗਰੀਬੀ ਵਾਲਾ, ਕਿਤੇ ਨਾ ਕਿਤੇ ਉਹ ਵੀ ਆ ਜਾਂਦਾ। ਆਪਾਂ ਇੱਥੇ ਵੇਖਦੇ ਹਾਂ ਕਾਲੋ ਸਾਹਿਬ, ਬਹੁਤ ਸਾਰੇ ਲੋਕ ਨੇ ਜਿਹੜੇ ਇਹ ਗੱਲ ਵੀ ਕਰਨ ਨੂੰ ਤਿਆਰ ਨਹੀਂ ਗਏ ਕਿ ਸੁਸਾਇਟੀ ਦਾ ਜਿਹੜਾ ਥੱਲੇ ਵਾਲਾ ਵਰਗ ਆ ਉਹਦੇ ਲਈ ਵੀ ਕੋਈ ਸਹੂਲਤਾਂ ਹੋ ਜਾਣ। ਉਹ ਫਟਾਫਟ ਕਹਿਣਾ ਸ਼ੁਰੂ ਕਰ ਦੇਣਗੇ, ਨਹੀਂ ਜੀ ਅਸੀਂ ਤੇ ਵੇਖੋ ਜੀ ਸਰਮਾਏਦਾਰੀ ਯੁੱਗ 'ਚ ਰਹਿ ਰਹੇ ਆ, ਇੱਥੇ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ, ਨਾਲੇ ਇੱਥੇ ਬਰਾਬਰ ਦੇ ਮੌਕੇ ਆ, ਸਰਕਾਰਾਂ ਦਾ ਕੰਮ ਸੜਕਾਂ ਬਣਾਉਣਾ ਥੋੜ੍ਹਾ, ਸਰਕਾਰਾਂ ਦਾ ਕੰਮ ਤੇ ਲਾਭ ਬਣਾਉਣਾ, ਮਤਲਬ ਇਸ ਤਰ੍ਹਾਂ ਦੀ ਪਾਲਿਸੀ। ਤੇ ਆਪ ਉਹ ਜਿਹੜੇ ਲੋਕ ਹੁੰਦੇ ਆ ਉਹ ਤੁਹਾਡੇ ਮੇਰੇ ਵਰਗੇ ਹੀ ਹੁੰਦੇ ਆ, ਕੋਈ ਬਹੁਤ ਇਹ ਨਹੀਂ ਆ ਕਿ ਉਹ ਬੜੇ ਉਹ ਸਰਮਾਏਦਾਰ ਜਾਂ ਇੰਡਸਟਰੀਲਿਸਟ ਹੁੰਦੇ ਆ, ਪਰ ਉਹਦੀ ਸੋਚ ਬਦਲ ਦਿੱਤੀ ਜਾਂਦੀ ਆ। ਬਿਲਕੁਲ ਇਹ ਸਹੀ ਗੱਲ ਆ ਜੀ। ਮੈਂ ਮਾਨਸਿਕਤਾ ਦੀ ਗੱਲ ਹੀ ਕਰਦਾ ਹਾਂ, ਮੈਂ ਇੰਡੀਵਿਜੂਅਲਸ ਦੀ ਗੱਲ ਨਹੀਂ ਕਰਦਾ। ਸੋ ਇਹ ਮਾਨਸਿਕਤਾ ਜਿਹੜੀ ਆ ਕਿ ਮੈਨੂੰ ਸਹੂਲਤਾਂ ਮਿਲ ਜਾਣ, ਅਸਲ ਦੇ ਵਿੱਚ ਜਿਹੜੀ ਸਹੀ ਗੱਲ ਆ ਨਾ ਗਿੱਲ ਸਾਹਿਬ, ਜਿੰਨਾ ਚਿਰ ਸਾਰੀ ਸੁਸਾਇਟੀ ਜਿਹੜੀ ਆ ਉਹ ਸੁੱਖ ਨਹੀਂ ਨਾ ਮਾਣਦੀ, ਤੁਸੀਂ ਇਕੱਲੇ ਸੁੱਖ ਨਹੀਂ ਮਾਣ ਸਕਦੇ। ਹੁਣ ਜੇ ਸੁਸਾਇਟੀ 'ਚ ਗਰੀਬੀ ਹੋਊਗੀ, ਡਿਸਪੈਰਿਟੀ ਹੋਏਗੀ, ਜੇ ਤੁਸੀਂ ਅਮੀਰ ਵੀ ਹੋ ਤੇ ਤੁਹਾਨੂੰ ਫਿਰ ਆਪਣੇ ਘਰ ਦੇ ਆਲੇ ਦੁਆਲੇ ਜੰਗਲੇ ਲਾਉਣੇ ਪੈਣਗੇ, ਚੌਕੀਦਾਰ ਰੱਖਣੇ ਪੈਣਗੇ। ਕਿਉਂਕਿ ਦੂਜੇ ਲੋਕ ਜਿਹੜੇ ਆ ਉਹ ਬਿਲਕੁਲ ਜੇ ਭੁੱਖਮਰੀ ਦਾ ਸ਼ਿਕਾਰ ਹੋਣਗੇ ਤੇ ਮਰਦਾ ਕੀ ਨਾ ਕਰਦਾ, ਤੇ ਫਿਰ ਡਰ ਰਹਿੰਦਾ ਵੀ ਇਹ ਸਾਨੂੰ ਲੁੱਟ ਨਾ ਲੈਣ, ਮਾਰ ਨਾ ਦੇਣ। ਸੋ ਸੁਖੀ ਮਨੁੱਖ ਉਦੋਂ ਰਹਿ ਸਕਦਾ ਆ ਜਦੋਂ ਸਾਰੀ ਸੁਸਾਇਟੀ ਜਿਹੜੀ ਆ ਉਹ ਸੁਖੀ ਹੋਵੇ। ਮੈਂ ਵੀ ਸੁਖੀ ਹੋਵਾਂ, ਮੇਰਾ ਗੁਆਂਢੀ ਵੀ ਸੁਖੀ ਹੋਵੇ, ਤੇ ਮੈਨੂੰ ਕਦੀ ਕੋਈ ਖਤਰਾ ਨਾ ਪੈਦਾ ਹੋਵੇ ਕਿ ਮੇਰੇ ਕੋਲ ਆਹ ਚੀਜ਼ ਹੈਗੀ ਆ ਤੇ ਮੇਰੇ ਗੁਆਂਢੀ ਕੋਲ ਹੈ ਨਹੀਂ ਤੇ ਉਹ ਮੇਰੇ ਕੋਲ ਖੋਹ ਨਾ ਲਵੇ। ਇਹ ਆਈਡੀਅਲ ਗੱਲ ਆ। ਤੇ ਬਾਕੀ ਇਹ ਮਨੁੱਖੀ ਫਿਦਰਤ ਆ ਭਈ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਭਈ ਲੋਕੀ ਭਾਵੇਂ ਮਰਨ ਭਾਵੇਂ ਜੀਣ, ਤੇ ਮੇਰਾ ਕੰਮ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ। ਸੋ ਇਸ ਕਿਸਮ ਦੀ ਮਾਨਸਿਕਤਾ ਜਿਹੜੀ ਆ ਇਹ ਬੜੀ ਮੁਸ਼ਕਲ ਨਾਲ ਕੱਢਣੀ ਆ। ਜਿਹੜੇ ਸਮਾਜਵਾਦੀ ਮੁਲਕ ਹੈਗੇ ਆ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋਏ, ਤਾਂ ਹੀ ਉਹਨਾਂ ਦੇ ਤਖਤੇ ਉਲਟਾਏ ਗਏ ਆ ਨਾ। ਸੋ ਇਹ ਮਨੁੱਖੀ ਫਿਤਰਤ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਲਾਸਟ 'ਚ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਕਿਸਾਨ ਜਥੇਬੰਦੀਆਂ 22-23 ਨੇ। ਇੱਕ ਜਥੇਬੰਦੀ ਅੱਜ ਇੱਕ ਹੋਰ ਨੇ ਜੁਆਇਨ ਕਰ ਲਿਆ ਜੀ 22 ਤੋਂ ਬਾਅਦ, 23ਵੀਂ ਜਥੇਬੰਦੀ, ਉਹਦਾ ਮੈਨੂੰ ਐਗਜ਼ੈਕਟਲੀ ਨਾਂ ਤਾਂ ਨਹੀਂ ਪਤਾ, ਕਿੱਡੀ ਕੁ ਵੱਡੀ ਜਥੇਬੰਦੀ ਆ, ਉਹਨਾਂ ਨੇ ਅੱਜ ਜੁਆਇਨ ਕਰ ਲਿਆ ਜੀ। ਉਹਨਾਂ 3-4 ਚੋਂ ਨਹੀਂ ਆ ਜਿਨ੍ਹਾਂ ਨੇ ਫੈਸਲਾ ਲਿਆ ਸੀਗਾ ਕਿ ਅਸੀਂ ਸੋਚ ਕੇ ਦੱਸਾਂਗੇ। ਇਹ ਕੋਈ ਅਲੱਗ ਜਥੇਬੰਦੀ ਆ ਜਿਹਨੇ ਹੁਣ ਜੁਆਇਨ ਕੀਤਾ, ਥੋੜੀ ਤਾਕਤ ਮਿਲੀ ਆ ਉਹਨਾਂ ਨੂੰ। ਪਰ ਦੂਜੇ ਪਾਸੇ ਕੁਝ ਬੁੱਧੀਜੀਵੀ ਜਿਹੜੇ ਆ ਬੜੇ ਮੁਖਰ ਹੋ ਕੇ ਗੱਲ ਕਰ ਰਹੇ ਸੀ, ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਸੀਗੇ, ਉਹ ਕਿਤੇ ਨਾ ਕਿਤੇ ਦੱਬਵੀਂ ਜ਼ਬਾਨ 'ਚ ਕਹਿ ਲਓ ਜਾਂ ਹੁਣ ਇਸ ਤਰ੍ਹਾਂ ਦਾ ਸ਼ਬਦਾਵਲੀ ਵਰਤ ਰਹੇ ਆ ਕਿ ਕਿਸਾਨ ਕਿਤੇ ਨਾ ਕਿਤੇ ਬੀਜੇਪੀ ਦੇ ਸੁੱਟੇ ਜਾਲ 'ਚ ਫਸ ਰਹੇ ਆ। ਇਹਨਾਂ 'ਚ ਖਾਸ ਕਰਕੇ ਡਾਕਟਰ ਪਿਆਰੇ ਲਾਲ ਗਰਗਰੀ ਕਾਫੀ ਇਸ ਚੀਜ਼ 'ਤੇ ਹਮਲਾਵਰ ਨੇ। ਉਹ ਕਹਿ ਰਹੇ ਆ ਕਿ ਰਾਜੇਵਾਲ ਸਾਹਿਬ, ਹਮੀਰ ਸਿੰਘ ਜਿਹੜੇ ਪੱਤਰਕਾਰ ਨੇ, ਤੇ ਜਿਹੜੇ ਕਲਾਕਾਰ ਨੇ ਮਾਨ ਵਗੈਰਾ, ਦੋ ਬੱਬੂ ਮਾਨ ਤੇ ਦੂਜੇ ਅਮਿਤੋਜ ਮਾਨ ਹੀਰੀ, ਤੇ ਜੂਝਦਾ ਪੰਜਾਬ ਵਾਲੇ ਜਿਹੜੇ ਨਾ ਅਸਲ 'ਚ ਇਹ ਕਹਿੰਦੇ ਕਿ ਜਾਣੇ ਅਣਜਾਣੇ 'ਚ ਨਾ ਇਹ ਸਟੇਟ ਵਿੱਚ ਕੋਈ ਘਚੋਲਾ ਪਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਦਾ ਹੱਥ ਠੋਕਾ ਬਣ ਕੇ ਸਾਹਮਣੇ ਆਉਂਦੇ ਨਜ਼ਰ ਆ ਰਹੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਗਰੁੱਪ ਬਣਿਆ ਸੀ ਜੂਝਦਾ ਪੰਜਾਬ, ਉਹ ਕੀ ਸੱਚਮੁੱਚ ਹੀ ਇਸ ਤਰ੍ਹਾਂ ਦੇ, ਉਹ 'ਚ ਸਰਬਜੀਤ ਧਾਰੀਵਾਲ ਵੀ ਅੱਛੇ ਲੋਕ ਹੈਗੇ ਨੇ ਉਹਦੇ 'ਚ, ਤੇ ਇਸ ਤਰ੍ਹਾਂ ਮੁਖਰ ਹੋ ਕੇ ਕਹੀ ਜਾਣਾ ਕਿ ਉਹ ਲੋਕ ਸਾਰੇ ਹੀ ਗਲਤ ਨੇ ਤੇ ਉਹ ਜਾਣੇ 'ਚ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣ ਗਏ, ਤੁਹਾਨੂੰ ਕਿਤੇ ਠੀਕ ਲੱਗਦੀ ਹੈ ਗੱਲ? ਇਹ ਬਿਲਕੁਲ ਮੈਨੂੰ ਠੀਕ ਨਹੀਂ ਲੱਗਦੀ ਜੀ। ਜਿਹੜਾ ਜੂਝਦਾ ਪੰਜਾਬ ਆ ਉਹਦੇ ਵਿੱਚ ਹਮੀਰ ਸਿੰਘ ਪੱਤਰਕਾਰੀ ਕਰਦਾ, ਨੋ ਡਾਊਟ,
ਉਹਦੇ ਵਿੱਚ ਦੀਪਕ ਸ਼ਰਮਾ ਵੀ ਹੈਗਾ, ਸਰਬਜੀਤ ਪੱਤਰਕਾਰ ਆ, ਧਾਲੀਵਾਲ ਨੇ। ਚੰਗਾ ਪੱਤਰਕਾਰ ਆ। ਅੱਛਾ, ਸਰਬਜੀਤ ਧਾਲੀਵਾਲ ਪੱਤਰਕਾਰ ਰਿਹਾ ਆ, ਚੰਗਾ ਪੱਤਰਕਾਰ ਆ। ਅੱਜ ਵੀ ਉਹ ਕੰਮ ਕਰਦੇ ਨੇ, BBC ਲਈ ਕਰਦੇ ਮੇਰੇ ਖਿਆਲ। ਹਾਂਜੀ, BBC ਲਈ ਕਰਦੇ ਆ ਕੰਮ ਮੇਰੇ ਖਿਆਲ ਉੱਥੋਂ। ਮੇਰਾ ਖਿਆਲ ਕਰਦੇ ਆ, ਤੇ ਪੱਤਰਕਾਰ ਹੀ ਨੇ ਤਿੰਨੇ, ਜਿਹਨਾਂ ਦਾ ਮੈਂ ਨਾਂ ਲਿਆ ਹੈਗਾ। ਹਾਂਜੀ। ਚੰਗਾ ਪੱਤਰਕਾਰ ਹੋਣਾ ਤੇ ਚੰਗੀ ਸੇਧ ਦੇਣ ਵਾਲਾ ਵਿਅਕਤੀ ਹੋਣਾ ਦੋ ਵੱਖਰੀਆਂ ਗੱਲਾਂ ਨੇ। ਤੇ ਇਹਦੇ 'ਚ ਜਿਹੜੇ ਬੱਬੂ ਮਾਨ ਆ ਜਾਂ ਅਮਿਤੋਜ ਮਾਨ ਆ, ਇਹਨਾਂ ਦੀ ਮਾਸ ਆਰਗੇਨਾਈਜੇਸ਼ਨਾਂ ਵਿੱਚ ਕੰਮ ਕਰਨ ਦੀ ਕੋਈ ਜਿਹੜੀ ਇਸ ਕਿਸਮ ਦੀ ਸਾਖ ਆ ਉਹ ਹੈ ਨਹੀਂ ਗੀ। ਕਲਾਕਾਰ ਹੀ ਨੇ ਇਹ। ਤੇ ਕਲਾਕਾਰ ਜਿਹੜੇ ਲੋਕ ਹੁੰਦੇ ਆ ਨਾ, ਇਹ ਲਫ਼ਜ਼ ਕੌੜਾ ਆ, ਬੁਰਾ ਨਾ ਲੱਗੇ ਕਿਸੇ ਨੂੰ, ਸ਼ੋਹਰਤ ਦੀ ਇਹਨਾਂ ਨੂੰ ਬਹੁਤ ਫਿਕਰ ਰਹਿੰਦੀ ਆ ਕਿ ਸਾਡੀ ਸ਼ੋਹਰਤ ਜਿਹੜੀ ਆ ਨਾ ਉਹ ਰਹਿਣੀ ਚਾਹੀਦੀ ਆ। ਤੇ ਮੈਨੂੰ ਲੱਗਦਾ ਵੀ ਜਿਹੜਾ ਜੂਝਦਾ ਪੰਜਾਬ ਸੀਗਾ ਨਾ ਜੀ, ਉਹਨਾਂ ਨੇ ਚਲੋ ਚੰਗਾ ਕੀਤਾ, ਇੱਕ ਏਜੰਡਾ ਉਹਨਾਂ ਨੇ ਦਿੱਤਾ ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਤੇ ਉਹ ਤੇ ਗਿੱਲ ਸਾਹਿਬ ਏਜੰਡਾ ਜਿੰਨੇ ਵੀ ਚੋਣਾਂ ਲੜਨ ਵਾਲੇ ਆ ਨਾ, ਸਾਰਿਆਂ ਨੇ ਉਹੋ ਹੀ ਦੇਣਾ ਆ, ਉਹੋ ਹੀ ਵਾਅਦੇ ਕਰਨੇ ਆ। ਮਤਲਬ ਲਗਭਗ ਸਾਰੀਆਂ ਧਿਰਾਂ ਦਾ ਚੋਣ ਲੜਨ ਵਾਲੀਆਂ ਦਾ ਏਜੰਡਾ ਇੱਕੋ ਹੀ ਹੋਣਾ ਆ, ਯਾਨੀ ਮੈਨੀਫੈਸਟੋ ਕਹਿ ਲਓ ਉਹਨਾਂ ਨੂੰ, ਜਾਂ ਉਹਨਾਂ ਦੇ ਵਾਅਦੇ ਕਹਿ ਲਓ। ਇਸ ਕਰਕੇ ਜਿਹੜਾ ਇਹ ਦੋਸ਼ ਹੈ ਨਾ ਜੀ ਉਹਨਾਂ ਦਾ, ਇਹ ਬਿਲਕੁਲ ਨਿਰਮੂਲ ਆ। ਤੇ ਡਾਕਟਰ ਪਿਆਰੇ ਲਾਲ ਹੋਰੀ ਵੀ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਦਿਨ ਯੂ ਟਰਨ ਉਹਨਾਂ ਨੂੰ ਲੈਣੀ ਪੈਣੀ ਆ, ਕਿਉਂਕਿ ਲੋਕ ਪੱਖੀ ਸਟੈਂਡ ਉਹਨਾਂ ਦਾ ਰਿਹਾ ਹਮੇਸ਼ਾ ਹੀ। ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਯੂ ਟਰਨ ਲੈ ਲਈ ਆ, ਪਹਿਲਾਂ ਉਹ ਇਹ ਕਿਸਾਨਾਂ ਨੂੰ ਜ਼ਿਆਦਾ, ਕਿਸਾਨਾਂ ਪ੍ਰਤੀ ਕ੍ਰਿਟੀਕਲ ਸੀਗਾ, ਹੁਣ ਉਹ ਪੋਜ਼ਿਟਿਵ ਹੋ ਗਿਆ ਹੈਗਾ। ਤੇ ਬਾਕੀ ਦੇਖੋ, ਨੁਕਸ ਕਿਸੇ 'ਚ ਵੀ ਹੋ ਸਕਦੇ ਆ, ਸਲਾਹ ਦੇਣ 'ਚ ਕੋਈ ਹਰਜ ਨਹੀਂ। ਤੇ ਕਿਸਾਨ ਮੋਰਚੇ ਨੂੰ ਇਹ ਸਲਾਹ ਦੇਣੀ ਜ਼ਰੂਰੀ ਬਣਦੀ ਆ, ਅਸੀਂ ਵੀ ਦਿੰਨੇ ਆ, ਭਾਈ ਤੁਸੀਂ ਨਿਰੋਲ ਕਿਸਾਨੀ ਦੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਤੁਹਾਨੂੰ ਦਲਿਤਾਂ ਨੂੰ ਵੀ ਨਾਲ ਲੈਣਾ ਪਏਗਾ, ਤੁਹਾਨੂੰ ਛੋਟੇ ਵਪਾਰੀਆਂ ਨੂੰ, ਛੋਟੇ ਦੁਕਾਨਦਾਰਾਂ ਨੂੰ, ਮੁਲਾਜ਼ਮਾਂ ਨੂੰ, ਮਜ਼ਦੂਰਾਂ ਨੂੰ, ਖੇਤ ਮਜ਼ਦੂਰਾਂ ਨੂੰ, ਇਹ ਜਿਹੜੀ ਗੱਲ ਆ ਇਹ ਜ਼ਰੂਰ ਤੁਹਾਨੂੰ ਕਰਨੀ ਪਏਗੀ। ਤੇ ਜਿਹੜੇ ਅਰਥ ਸ਼ਾਸਤਰੀ ਨੇ, ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਆ, ਉਹਨਾਂ ਕੋਲੋਂ ਵੀ ਤੁਹਾਨੂੰ ਸੇਧ ਲੈਣੀ ਪਏਗੀ ਕਿ ਅਸੀਂ ਅਰਥਚਾਰਾ ਕਿੱਦਾਂ ਬਿਹਤਰ ਕਰੀਏ, ਲੋਕ ਪੱਖੀ ਅਰਥਚਾਰਾ ਕਿੱਦਾਂ ਬਣੇ, ਖੇਤੀ ਸੰਕਟ 'ਚੋਂ ਪੰਜਾਬ ਕਿੱਦਾਂ ਨਿਕਲੇ। ਕਿਉਂਕਿ ਅਜੇ ਜਿਹੜੀ ਉਹਨਾਂ ਦੀ ਆਲੋਚਨਾ ਹੋ ਰਹੀ ਆ ਉਹ ਇਸ ਗੱਲ ਦੀ ਆ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਭਈ ਇਹਨਾਂ ਨੇ ਥੋੜੀ ਜਿਹੀ ਕਾਹਲੀ ਕੀਤੀ ਆ, ਇਹਨਾਂ ਨੇ ਕੋਈ ਆਪਣਾ ਜਥੇਬੰਦਕ ਢਾਂਚਾ ਨਹੀਂ ਤਿਆਰ ਕੀਤਾ। ਫਿਰ ਜਿਨ੍ਹਾਂ ਵਰਗਾਂ ਦਾ ਮੈਂ ਨਾਂ ਲਿਆ ਹੈਗਾ ਉਹਨਾਂ ਨੂੰ ਨਾਲ ਨਹੀਂ ਲਿਆ। ਜੇ ਗਿੱਲ ਸਾਹਿਬ ਜਿੱਦਣ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਉਹਨਾਂ ਨੇ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਆ, ਸੰਯੁਕਤ ਸਮਾਜ ਮੋਰਚੇ ਦੇ ਵਿੱਚ ਜਿਨ੍ਹਾਂ ਤਰ੍ਹਾਂ ਦਾ ਮੈਂ ਨਾਂ ਲਿਆ, ਜੇ ਉਹ ਵੀ ਕੁਝ ਸ਼ਾਮਲ ਹੁੰਦੇ ਨਾ ਨਾਲ, ਤੇ ਫਿਰ ਪ੍ਰਭਾਵ ਹੋਰ ਤਰ੍ਹਾਂ ਦਾ ਜਾਣਾ ਸੀਗਾ। ਮੈਨੂੰ ਹੁਣ ਵੀ ਉਮੀਦ ਆ ਵੀ ਉਹ ਜ਼ਰੂਰ ਇਸ ਗੱਲ ਤੇ ਕੰਮ ਕਰ ਰਹੇ ਹੋਣਗੇ। ਜੀ ਬਿਲਕੁਲ ਕਾਲੋ ਸਾਹਿਬ, ਸਮਾਂ ਆਪਣਾ ਹੋ ਗਿਆ। ਵੈਸੇ ਉਹਨਾਂ ਨੇ ਨਾਂ ਹੀ ਸੰਯੁਕਤ ਸਮਾਜ ਰੱਖਿਆ, ਜਿਹਦੇ ਵਿੱਚ ਸਮਾਜ ਦੇ ਸਾਰੇ ਹਿੱਸੇ ਹੋਣੇ ਚਾਹੀਦੇ ਆ ਤੇ ਹੋਣਗੇ ਵੀ। ਇਹਦੇ ਲਈ ਜਥੇਬੰਦੀਆਂ ਕੰਮ ਕਰ ਰਹੀਆਂ ਹੋਣਗੀਆਂ। ਆਪਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਕੋਈ ਚੰਗੀ ਖਬਰ ਜ਼ਰੂਰ ਸੁਣਾਂਗੇ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਆ ਕਿ ਉਹ ਤਜਰਬੇਕਾਰ ਲੀਡਰ ਨੇ, ਉਹਨਾਂ ਨੂੰ ਪਤਾ ਹੈ ਵੀ ਕਿਸਾਨ ਮੋਰਚੇ ਦੀ ਜਿੱਤ ਇਕੱਲੇ ਕਿਸਾਨਾਂ ਕਰਕੇ ਨਹੀਂ ਗਈ ਹੋਈ। ਉਹਨਾਂ ਨੂੰ ਸਮਾਜ ਦੇ ਹਰ ਵਰਗ ਨੇ ਸਪੋਰਟ ਕੀਤਾ ਹੈਗਾ। ਸੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਔਰ ਉਮੀਦ ਕਰਦਾ ਹਾਂ ਕਿ ਉਹ ਇਹਨਾਂ ਗੱਲਾਂ ਦਾ ਧਿਆਨ ਰੱਖ ਰਹੇ ਹੋਣਗੇ, ਕਿਉਂਕਿ ਉਹ ਮੈਦਾਨੇ ਜੰਗ 'ਚ ਨੇ, ਅਸੀਂ ਤੇ ਬਾਹਰ ਬੈਠੇ ਹਾਂ। ਬਿਲਕੁਲ ਬਿਲਕੁਲ, ਤੁਹਾਡੇ ਕਹਿਣ ਮੁਤਾਬਕ ਚੰਗੀ ਖਬਰ ਆ ਸਕਦੀ ਆ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਪ੍ਰਸਾਦ ਸਾਹਿਬ। ਸ਼ੁਕਰੀਆ।